ਮੈਨੂੰ ਸੁਖਵੰਤ ਚਿੱਤਰਕਾਰ ਦੇ ਉਹ ਦੋ ਬੋਲ ਯਾਦ ਆਉਂਦੇ ਨੇ ਜਿਹਦੇ ਚੋਂ ਕਹਿੰਦੇ ਆ ਕਿ ਉਲਝਣਾ ਸਿਰ ਤੇ ਸਜਾਵਣ ਵਾਲੀਏ ਲੱਭ ਹੁਣ ਆਪਣੇ ਗਵਾਚੇ ਚੀਰ ਨੂੰ। ਥੱਲੇ ਦੀ ਸੱਤਾ ਉੱਤੇ ਦੀ ਸੱਤਾ ਹੋਣ ਦੀ ਲੜਾਈ ਲੜ ਰਹੀ ਆ। ਲੇਕਿਨ ਸਭ ਤੋਂ ਪਹਿਲਾਂ ਮੈਂ ਤਾਰਫ ਕਰਾ ਲਵਾਂ, ਮੇਰੇ ਨਾਲ ਨੇ ਬੜੇ ਸੀਨੀਅਰ ਜਰਨਲਿਸਟ ਸਰਦਾਰ ਹਮੀਰ ਸਿੰਘ ਜੀ, ਸੰਪਾਦਕ ਪੰਜਾਬ ਟੈਲੀਵਿਜ਼ਨ, ਔਰ ਇਹਨਾਂ ਦੇ ਨਾਲ ਸਰਦਾਰ ਜਗਤਾਰ ਸਿੰਘ ਜੀ, ਇੱਕ ਆਥਰ ਨੇ, ਵੱਡੇ ਜਰਨਲਿਸਟ ਨੇ। ਮੈਂ ਦੋਨਾਂ ਨੂੰ ਜੀ ਆਇਆਂ ਆਖਦਾ। ਥੈਂਕ ਯੂ ਜੀ, ਸ਼ੁਕਰੀਆ ਜੀ। ਇੱਕ ਚੰਗੀ ਖਬਰ ਤੋਂ ਸ਼ੁਰੂਆਤ ਕਰਦੇ ਹਾਂ। ਮੀਡੀਆ ਦੇ ਘੇਰਿਆਂ 'ਚ ਇਹ ਗੱਲ ਠੀਕ ਸੁਣੀ ਜਾਊਗੀ ਕਿ ਸੁਖਨੈਬ ਸਿੰਘ ਸਿੱਧੂ ਸੋਸ਼ਲ ਮੀਡੀਆ ਦੇ ਇੱਕ ਚੈਨਲ ਦੇ ਕਰਤਾ ਧਰਤਾ, ਉਹਨਾਂ ਦੇ ਖਿਲਾਫ ਇੱਕ FIR ਹੁੰਦੀ ਆ 40 ਨੰਬਰ ਨਥਾਣਾ ਥਾਣੇ 'ਚ। ਉਹਦੇ ਵਿੱਚ ਕਾਫੀ ਸਖਤ ਧਾਰਾਵਾਂ ਸੀਗੀਆਂ। ਉਹ FIR ਤਾਂ ਬਣੀ ਰਹੇਗੀ, ਲੇਕਿਨ ਚੰਗੀ ਗੱਲ ਇਹ ਆ ਕਿ ਸੁਖਨੈਬ ਸਿੰਘ ਸਿੱਧੂ ਨੂੰ ਰਿਲੀਜ਼ ਕੀਤੇ ਜਾਣ ਦੀ ਖਬਰ ਆ ਰਹੀ ਹੈ। ਇਹਦੇ ਉੱਤੇ ਹਲਕੀ ਜਿਹੀ ਗੱਲ ਕਰਦੇ ਆ, ਲੇਕਿਨ ਦਮਦਮਾ ਸਾਹਿਬ ਦੇ ਘੇਰਿਆਂ 'ਚ ਤਖਤ ਸਾਹਿਬ ਦੇ ਆਸ-ਪਾਸ ਫਲੈਗ ਮਾਰਚ ਦਾ ਜ਼ਿਕਰ ਹੈ। ਮਾਲਵੇ ਦਾ ਉਹ ਧੁਰ ਏਰੀਆ ਜਿਹਦੇ ਵਿੱਚ ਇੱਕ ADGP SPS ਪਰਮਾਰ, ਉਹਨਾਂ ਦੀ ਅਗਵਾਈ ਦੇ ਵਿੱਚ ਫਲੈਗ ਮਾਰਚ ਹੋ ਰਿਹਾ, ਕਿਉਂਕਿ ਕੱਲ ਜਥੇਦਾਰ ਨੇ ਇਕੱਤਰਤਾ ਸੱਦੀ ਆ। ਪੱਤਰਕਾਰ ਭਾਈਚਾਰੇ ਦੀ, ਮੀਡੀਆ ਦੀ ਇੱਕ ਕਾਨਫਰੰਸ ਹੈ। ਇਹ ਸਵਾਲ ਕਾਫੀ ਅਹਿਮ ਡਿਸਕਸ ਕਰਨ ਵਾਲੇ ਆ। ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ, ਮੈਂ ਉਹ ਉਲਝਣ ਦੀ ਗੱਲ ਕਰ ਰਿਹਾ ਸੀ ਨਾ, ਜਿੱਦਾਂ ਅਸੀਂ ਪੱਤਰਕਾਰ ਤੇ FIR ਦੀ ਗੱਲ, ਜਿਹੜੀਆਂ ਉਲਝਣਾਂ ਆਪ ਪੈਦਾ ਕੀਤੀਆਂ ਜਾਂਦੀਆਂ। ਸੁਸ਼ੀਲ ਰਿੰਕੂ ਨੂੰ ਟਿਕਟ ਦੇਣ ਦਾ ਐਲਾਨ ਹੋਇਆ, ਰੌਲੇ ਕਈ ਤਰ੍ਹਾਂ ਦੇ ਆ, ਤੁਹਾਡੇ ਨਾਲ ਸਾਂਝ ਪਾਉਂਦੇ ਆ। ਕੁਝ ਇੱਕ ਗੱਲ ਤਾਂ ਨਿਕਲ ਕੇ ਆ ਰਹੀ ਸੀ ਕਿ ਚੰਨੀ ਨੂੰ BJP ਟਿਕਟ ਦੇ ਸਕਦੀ ਹੈ। ਨਰੋਲ ਹਵਾ ਦੇ ਵਿੱਚ ਅਸੀਂ ਪੁਖਤਾ ਨਹੀਂ ਇਹਨੂੰ ਕਰਦੇ, ਲੇਕਿਨ ਆਖਰ ਦੇ ਵਿੱਚ ਜ਼ਰੂਰ ਚੱਲਾਂਗੇ। ਅੱਜ 44ਵਾਂ ਫਾਊਂਡੇਸ਼ਨ ਡੇ BJP ਮਨਾ ਰਹੀ ਆ। ਮੋਦੀ ਸਾਹਿਬ ਦਾ ਰੂਪ ਰੰਗ ਵੇਖਣ ਵਾਲਾ ਸੀ। 24 ਸੈੱਟ ਕਰੀ ਜਾ ਰਿਹਾ, ਉਹ ਆਪਣਾ ਏਜੰਡਾ ਕਲੀਅਰ ਕਰ ਰਿਹਾ ਔਰ ਹੁੱਬ ਕੇ ਲੜਾਈ ਲੜਨ ਦਾ ਉਹਨਾਂ ਨੇ ਪੱਖ ਪੇਸ਼ ਕੀਤਾ। ਸਭ ਤੋਂ ਪਹਿਲਾਂ ਸਰਦਾਰ ਹਮੀਰ ਸਿੰਘ ਜੀ, ਪੱਤਰਕਾਰ ਭਾਈਚਾਰੇ 'ਚ ਗੱਲ ਤੇਜ਼ੀ ਨਾਲ ਫੈਲ ਰਹੀ ਸੀਗੀ ਕਿ ਸਰਕਾਰ ਪਾਣੀ ਮਾਪ ਰਹੀ ਆ, ਟੈਸਟ ਕਰ ਰਹੀ ਹੈ ਕਿ ਕਿੰਨਾ ਕੁ ਵਿਰੋਧ ਹੁੰਦਾ ਜੇ ਕਿਸੇ ਨੂੰ ਹੱਥ ਪਾਇਆ ਜਾਵੇ, ਕਿੰਨਾ ਕੁ ਰਿਐਕਟ ਕੀਤਾ ਜਾਂਦਾ। ਲੇਕਿਨ ਬੜੀ ਚੰਗੀ ਗੱਲ ਹੈ ਕਿ ਸ਼ਾਮ ਪੈਂਦੇ ਤੱਕ ਇਹ ਖਬਰ ਨਿਕਲ ਰਹੀ ਆ। ਉਹ FIR ਤਾਂ ਖੜੀ ਰਹੂਗੀ, ਲੇਕਿਨ ਉਹਦੇ ਵਿੱਚੋਂ ਸੁਖਨੈਬ ਸਿੱਧੂ ਨੂੰ ਬਾਹਰ ਕੱਢਿਆ ਜਾ ਰਿਹਾ। ਇਸ ਗੱਲ ਨੂੰ ਅੱਗੇ ਤੋਰ ਦਿਓ। ਅਸਲ ਦੇ ਵਿੱਚ ਤਾਂ ਇਹੀ ਹੈ ਕਿ ਜਦੋਂ FIR ਨੰਬਰ 40 ਲਿਖੀ ਜਾਂਦੀ ਹੈ ਤੇ ਉਹਦੇ ਚ ਸੁਖਨੈਬ ਸਿੱਧੂ ਹੀ ਮੇਨ ਕਲਪ੍ਰਿਟ ਹੈ, ਤੇ ਮੈਨੂੰ ਨਹੀਂ ਲੱਗਦਾ ਕਿ ਉਹ FIR ਕਿਵੇਂ ਖੜੀ ਰਹੂਗੀ, ਕਿਹੜੇ ਆਧਾਰ ਤੇ, ਜਾਂ ਉਹਦੀ ਦਲੀਲ ਕੀ ਹੋਏਗੀ। ਔਰ ਜਿਹੜਾ ਉਹਦੇ ਚ ਧਾਰਾ ਲਾਈ 153 A B 506 507 355, ਉਹ ਸਾਰੀਆਂ ਲਾ ਕੇ ਐਵੇਂ ਬਣ ਗਿਆ ਸੀ ਵੀ ਪਤਾ ਨਹੀਂ ਕੋਈ ਇਹੋ ਜਿਹਾ ਬੰਦਾ ਫੜ ਲਿਆ ਹੈ ਜਿਹਨੇ ਦੰਗਾ ਕਰਾ ਹੀ ਦੇਣਾ ਸੀ। ਬਸ ਹੁਣ ਤਾਂ ਦੋ ਭਾਈਚਾਰੇ ਆਪਸ ਚ ਖੜ ਗਏ ਸੀ ਤਲਵਾਰਾਂ ਕੱਢ ਕੇ, ਜਿਵੇਂ ਇਹੋ ਜਿਹਾ ਕੁਝ ਹੋ ਗਿਆ ਹੁੰਦਾ। ਮਾਮਲਾ ਕੇਵਲ ਉਹੀ ਸੀ। ਮੈਨੂੰ ਲੱਗਦਾ ਸਗੋਂ ਉਲਟਾ ਇਹ ਅਸਰ ਪਿਆ ਕਿ ਜਿਹੜੀ ਉਹ 11-1200 ਨੇ ਸ਼ਾਇਦ ਦੇਖੀ ਸੀ ਵੀਡੀਓ, ਜੇ ਇਹਨਾਂ ਦੇ ਮੁਤਾਬਕ ਵੀ ਲੈ ਲਈਏ, ਹੁਣ ਪਤਾ ਨਹੀਂ ਕਿੰਨਿਆਂ ਨੇ ਉਦੋਂ ਬਾਅਦ ਰੌਲਾ ਪੈ ਕੇ ਦੇਖ ਲਈ ਹੋਣੀ ਹੈ ਵੀ ਗੱਲ ਕੀ ਹੋਈ ਜੀ, ਕਿਉਂ ਫੜਿਆ, ਕੀ ਹੋਇਆ, ਕੀ ਨਹੀਂ ਹੋਇਆ। ਇੱਕ ਚੰਗੀ ਗੱਲ ਇਹ ਹੈ ਕਿ ਜਦੋਂ ਵੀ ਸ਼ਾਸਨ ਪ੍ਰਸ਼ਾਸਨ ਤੋਂ ਕੋਈ ਗਲਤੀ ਹੁੰਦੀ ਹੈ ਉਹਨੂੰ ਵਿਡਰਾ ਕਰ ਲੇ ਤਾਂ ਇਹ ਡੈਮੋਕ੍ਰੇਸੀ 'ਚ ਚੰਗਾ ਸਗਨ ਮੰਨਿਆ ਜਾਣਾ ਚਾਹੀਦਾ ਹੈ ਔਰ ਚੰਗੀ ਗੱਲ ਹੁੰਦੀ ਹੈ। ਔਰ ਲੋਕਤੰਤਰ 'ਚ ਲੋਕਾਂ ਦਾ ਵੀ ਦਬਾਅ ਮੰਨਿਆ ਜਾਵੇ, ਇਹ ਵੀ ਚੰਗੀ ਗੱਲ ਹੁੰਦੀ ਹੈ। ਜੇ ਮੰਨਿਆ ਜਾਂਦਾ ਰਹੇ, ਉਹ ਸੇਫਟੀ ਵਾਲਵ ਦਾ ਕੰਮ ਕਰਦਾ। ਨਹੀਂ ਤਾਂ ਫਿਰ ਕਈ ਵਾਰ ਵਿਸਫੋਟਕ ਸਥਿਤੀ ਹੋ ਜਾਂਦੀ ਹੈ ਕਿ ਜਦੋਂ ਤੁਸੀਂ ਉਹ ਗੱਲ ਨਹੀਂ ਮੰਨਦੇ ਤੇ ਉਹ ਇਕੱਠਾ ਹੁੰਦਾ ਜਾਂਦਾ। ਇਹਦੇ 'ਚ ਦੂਜੀ ਗੱਲ ਇਹ ਹੈ, ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਮਤਲਬ ਜਿਹੜੀ ਉਹਦੀ ਇਬਾਰਤ ਹੈ FIR ਦੀ, ਉਹ ਬੜੀ ਦਿਲਚਸਪ ਹੈ। ਉਹ ਦਿਲਚਸਪ ਇਸ ਕਰਕੇ ਹੈ ਕਿ ਜਿਵੇਂ ਪੁਰਾਣੇ ਮਿਲੀਟੈਂਸੀ ਵੇਲੇ ਨਾ ਲੋਕ ਕਹਿੰਦੇ, ਕਈ ਅਦਾਲਤਾਂ ਨੇ ਕਿਹਾ ਸੀ ਬਲਕਿ ਪੁਲਿਸ ਨੂੰ ਵੀ ਉਹ ਮਾੜਾ ਮੋਟਾ ਕੁਝ ਹੋਰ ਬਦਲ ਲਿਆ ਕਰੋ, ਕੋਈ ਨਹਿਰ ਦੀ ਪੁਲੀ ਦੀ ਬਜਾਏ, ਸੂਏ ਦੀ ਪੁਲੀ ਦੀ ਬਜਾਏ ਕੋਈ ਹੋਰ ਕਿਤੇ ਸੜਕ ਤੇ ਵੀ ਨਾਕਾ ਲੱਗ ਜਾਂਦਾ ਹੁੰਦਾ, ਕਿਤੇ ਆਲੇ ਦੁਆਲੇ ਵੀ ਹੋ ਜਾਂਦਾ, ਕੱਲੀ ਖਾਲੀ ਥਾਂ ਨਾ ਭਰੋ, ਨਾਮ ਦੇ ਤੌਰ ਤੇ ਕੁਝ ਹੋਰ ਵੀ ਕਰ ਲਿਆ ਕਰੋ ਕਿਸੇ ਨਾ ਕਿਸੇ ਤਰ੍ਹਾਂ। ਇਹਦੇ ਚ ਵੀ ਤੁਸੀਂ ਦੇਖੋ ਕਿ ਇਬਾਰਤ ਕਿਉਂ ਜੀ ਆਉਂਦੀ ਹੈ ਕਿ ਪੂਲੇ ਪਿੰਡ ਦੇ ਬਾਹਰ ਨਾਕਾ ਲੱਗ ਗਿਆ ਸੀਗਾ, ਕਿਸੇ ਉਹਦੇ ਤੇ ਨਾਕਾ ਲੱਗ ਕੇ ਇੱਕ ਸਬ ਇੰਸਪੈਕਟਰ ਸਾਹਿਬ ਨੂੰ ਤੇ ਨਾਲ 2-3 ਪੁਲਿਸ ਮੁਲਾਜ਼ਮ ਹੋਰ ਨੇ, ਉਹਨਾਂ ਨੂੰ ਇੱਕ ਮਤਲਬ ਉਹਨਾਂ ਦਾ ਜਿਹੜਾ ਪੁਲਿਸ ਦਾ ਇੱਕ ਮੁਖਬਰ ਖਾਸ ਜਿਹੜਾ ਆਉਂਦਾ ਜਾਂ ਸੂਈਆ ਆਉਂਦਾ, ਜੋ ਵੀ ਦਿੰਦਾ ਉਹ ਇੱਕ ਜਾਣਕਾਰੀ ਦਿੰਦਾ। ਉਹ ਮੌਕੇ ਤੇ ਕੋਈ ਆਪਦੇ ਮੋਬਾਈਲ ਤੇ ਕਹਿੰਦੇ ਦੇਖਦਾ, ਮੋਬਾਈਲ ਤੇ ਦੇਖ ਕੇ ਚੀਫ ਮਿਨਿਸਟਰ ਸਾਹਿਬ ਦੀ ਸ਼ਾਨ ਦੇ ਖਿਲਾਫ ਵੀ ਸ਼ਬਦ ਬੋਲੇ ਗਏ ਨੇ। ਚੀਫ ਮਿਨਿਸਟਰ ਦੇ ਬੱਚਿਆਂ ਦੀ ਸਿਕਿਉਰਿਟੀ ਦੇ ਮਾਮਲੇ ਦੇ ਵਿੱਚ ਵੀ ਇਹ ਗੱਲ ਆਈ ਹੈ। ਔਰ ਉਹ ਮਾਮਲਾ ਕਿਹਨੇ ਪਾਇਆ, ਉਹ ਸੁਖਨੈਬ ਸਿੰਘ ਸਨ ਆਫ ਸਰਦਾਰ ਅਮਰਜੀਤ ਸਿੰਘ ਜਾਂ ਬਾਕੀ ਜੋ ਵੀ, ਉਹ ਸਾਰਾ ਦੇ ਕੇ ਡਿਟੇਲ ਇੱਕ ਪਾਇਆ ਜਾਂਦਾ ਹੈ। ਤੇ ਇਸ ਕਰਕੇ ਉਹ ਪੂਲੇ ਪਿੰਡ ਦੇ ਉੱਤੋਂ ਹੀ, ਮਤਲਬ ਪੁਲਿਸ ਪਹਿਲਾਂ ਹੀ ਉੱਥੇ ਖੜੀ ਹੁੰਦੀ ਹੈ ਜਿੱਥੇ ਕ੍ਰਾਈਮ ਹੋਣਾ ਹੁੰਦਾ ਹੈ।
ਪੁਲਿਸ ਅੰਮ੍ਰਿਤਪਾਲ ਕਿੱਥੋਂ ਮੰਗ ਗਿਆ ਚਾਰ ਸਪੇਰੇ ਖੜੀ ਦਾ ਨਹੀਂ ਪਤਾ ਲੱਗਿਆ, ਪਰ ਇਹਦਾ ਜ਼ਰੂਰ ਪਤਾ ਲੱਗ ਜਾਂਦਾ ਵੀ ਆਪਾਂ ਉੱਥੇ ਜਾ ਕੇ ਇੱਕ ਇਹ ਬਕੂਆ ਬਣਾਉਣਾ ਤੇ ਉੱਥੇ ਜਾ ਕੇ ਇਹਦਾ ਇੱਕ ਇਸ ਤਰੀਕੇ ਨਾਲ ਗੱਲ ਲਿਖਣੀ ਹੈ। ਫਿਰ ਉਹਦੇ ਤੇ ਲਿਖੀ ਜਾਂਦੀ ਹੈ ਉਹ ਸਾਰੀ ਇਬਾਰਤ ਓਨੀ ਕੁ ਕਿ ਫੇਸਬੁੱਕ ਤੇ ਪਾਈ, ਲੋਕਾਂ ਦੇ ਵਿੱਚ ਇੱਕ ਮਾਹੌਲ ਸਿਰਜਿਆ ਗਿਆ, ਇਹਦੇ ਨਾਲ ਇੱਕ ਧਾਰਮਿਕ ਤੌਰ ਤੇ ਸਿੱਖ ਭਾਵਨਾਵਾਂ ਭੜਕਣ ਦਾ ਮਾਹੌਲ ਬਣ ਸਕਦਾ ਹੈ, ਇਹ ਉਹਦੇ ਚ ਲਿਖਿਆ ਗਿਆ। ਦੂਜਾ ਤਾਂ ਕੋਈ ਭਾਈਚਾਰਾ ਹੀ ਨਹੀਂ, ਦੋ ਭਾਈਚਾਰਿਆਂ ਚ ਟਕਰਾਅ ਵਾਲੀ ਤਾਂ ਗੱਲ ਨਹੀਂ ਆਉਂਦੀ ਉਸ ਪੱਧਰ ਦੇ ਉੱਤੇ, ਉਸ ਭਾਈਚਾਰੇ ਦੇ ਵਿੱਚ ਇਹ ਹੋ ਸਕਦਾ। ਤੇ ਨਾਲ ਉਹਦੇ ਚ ਦਿੱਤਾ ਗਿਆ ਕਿ ਉਹਨੇ ਲਿਖਿਆ ਹੋਇਆ ਹੈ ਕਿ ਚੀਫ ਮਿਨਿਸਟਰ ਦੀ ਧੀ ਦੇ ਜਿਹੜਾ ਮਾਮਲਾ ਉਹਦੇ ਚ ਉਹਦੇ ਖਿਲਾਫ ਸਾਜ਼ਿਸ਼ ਹੋ ਰਹੀ ਸੀ, ਕੋਈ ਬੰਦੇ ਇਸ ਢੰਗ ਨਾਲ ਬੋਲ ਰਹੇ ਸੀ। ਇੱਕ ਤਰ੍ਹਾਂ ਨਾਲ ਜੇ ਸੁਖਨੈਬ ਦੀ ਗੱਲ ਕੀਤੀ ਜਾਏ, ਜੇ ਦੂਜੇ ਤਰੀਕੇ ਨਾਲ ਦੇਖਿਆ ਜਾਏ, ਉਹ ਬਲਕਿ ਬਚਾਅ ਕਰ ਰਿਹਾ, ਦੱਸ ਰਿਹਾ ਸਟੇਟ ਨੂੰ ਤੇ ਬਾਕੀ ਲੋਕਾਂ ਨੂੰ, ਭਾਈ ਉੱਥੇ ਕਾਹ ਸਾਜ਼ਿਸ਼ ਹੋ ਰਹੀ ਸੀ ਤੇ ਬੰਦਾ ਐ ਬੋਲ ਰਿਹਾ ਸੀ ਜਿਹੜਾ ਕਿ ਗਲਤ ਗੱਲ ਕਰ ਰਿਹਾ। ਜੇ ਉਹ ਪੜ੍ਹੀ ਹੋਵੇ ਦੋ ਲਾਈਨਾਂ ਮਤਲਬ ਐ ਨਜ਼ਰ ਆਉਂਦਾ। ਤੇ ਇਸੇ ਕਰਕੇ ਉਹ ਸਾਰੇ ਮਾਮਲੇ, ਇੱਕ ਗੱਲ ਨੀਚੇ ਜਿਹੜੀ ਮੈਨੂੰ ਲੱਗਦਾ ਉਹਨਾਂ ਨੂੰ ਇਤਰਾਜ਼ ਹੋਣ ਲੱਗੀ ਹੋਵੇ ਜਾਂ ਕਿਸੇ ਨੂੰ ਲੱਗੀ ਹੋਵੇ, ਉਹ ਇਹ ਜ਼ਰੂਰ ਸੀ ਕਿ ਚੀਫ ਮਿਨਿਸਟਰ ਦੀ ਚੁੱਪ ਵੀ ਜਿਹੜੀ ਹੈ ਉਹ ਵੀ ਆਪਣੇ ਆਪ ਚ ਦਿਲਚਸਪ ਹੈ, ਵੀ ਉਹ ਕਿਉਂ ਚੁੱਪ ਨੇ, ਇਹਦੇ ਤੇ ਬੋਲਿਆ ਜਾਣਾ ਚਾਹੀਦਾ। ਹੁਣ ਇਹ ਜਿਹੜੀ ਸਾਰੀ ਇਬਾਰਤ ਨੂੰ ਪ੍ਰਾਈਮਾ ਫੇਸੀ ਮੈਨੂੰ ਲੱਗਦਾ ਕੋਈ ਵੀ ਪੜ੍ਹ ਲੇ, ਕੋਈ ਵੀ ਦੇਖ ਲੇ, ਇੱਕ ਤਾਂ ਇਹ ਧਾਰਾਵਾਂ ਨਹੀਂ ਬਣਦੀਆਂ ਕਿਸੇ ਵੀ ਰੂਪ ਚ, ਦੂਜਾ ਇਹ ਆਟੋਮੈਟਿਕਲੀ ਜਾਲੀ ਲੱਗਦਾ, ਕੋਈ ਮੁਖਬਰ ਦੱਸਦਾ। ਤੁਹਾਡੇ ਕੋਲ ਕੋਈ ਬੰਦਾ ਨਹੀਂ ਅੱਜ ਤੱਕ ਜਿਹੜਾ ਬੰਦਾ ਜਾ ਕੇ ਦੱਸਦੇ, ਘੱਟੋ ਘੱਟ ਉਹਦਾ ਨਾਂ ਤਾਂ ਪੈਦਾ ਕਰ ਲਓ ਨਾ। ਇੱਕ ਬੰਦਾ ਤਾਂ ਪੁਲਿਸ ਕਿੰਨੇ ਬੰਦੇ ਪੈਦਾ ਕਰ ਲੈਂਦੀ ਹੈ, ਕਿੰਨੇ ਲੋਕ ਹੋਣਗੇ ਤੁਹਾਡੀਆਂ ਪਾਰਟੀਆਂ ਸਰਕਾਰਾਂ ਚ। ਇਹ ਸਾਰੇ ਮਾਮਲੇ ਚ ਐ ਲੱਗਦਾ ਕਿਤੇ ਚੀਫ ਮਿਨਿਸਟਰ ਵੀ ਬਾਹਰ ਹੀ ਹੋਵੇ, ਕੋਈ ਹੋਰ ਰੰਜਸ ਕੱਢਣ ਲੱਗੇ ਹੁਣ ਤੁੱਕਾ ਤੇ ਚੀਫ ਮਿਨਿਸਟਰ ਦਾ ਨਾਮ ਵੀ ਬਦਨਾਮ ਹੋਵੇ, ਤੇ ਕੱਲ ਨੂੰ ਇਹੋ ਜਿਹੇ ਮੁੱਦਿਆਂ ਤੇ ਬਦਨਾਮ ਹੁੰਦਾ ਹੀ ਹੈ। ਤੁਸੀਂ ਕਾਹਦੇ ਪਰਸਨਲ ਮੁੱਦਿਆਂ ਤੇ ਖਾਸ ਤੌਰ ਤੇ ਜਦੋਂ ਕੋਈ ਗੱਲ ਕਰਦੇ ਹੋ ਤੇ ਕਿਸੇ ਨੇ ਏਟਾ ਪੁਲਿਸ ਨੂੰ ਫੋਨ ਕਰਤਾ ਹੋਵੇ, ਤੇ ਜਿਹੜਾ ਕਹਿੰਦੇ ਨੇ ਚੰਡੀਗੜ੍ਹੋਂ ਫੋਨ ਆਇਆ, ਮੈਨੂੰ ਲੱਗਦਾ ਚੀਫ ਮਿਨਿਸਟਰ ਸਾਹਿਬ ਨੂੰ ਆਪਣੇ ਆਲੇ ਦੁਆਲੇ ਵੀ ਥੋੜਾ ਜਿਹਾ ਇੰਟੈਲੀਜੈਂਸ ਕੱਲੀ ਬਾਹਰਲੀਆਂ ਗੱਲਾਂ ਤੇ ਨਹੀਂ ਲਾਉਣੀ ਚਾਹੀਦੀ। ਇਰਦ ਗਿਰਦ ਵੀ ਬਹੁਤ ਵਾਰ ਪੁਰਾਣੇ ਰਾਜੇ ਮਹਾਰਾਜਾ ਵੇਲੇ ਤੋਂ ਉਹ ਸਾਜ਼ਿਸ਼ ਵੀ ਬਣਦੀ ਹੁੰਦੀ ਹੈ, ਹੇਠਾਂ ਮਹਿਲਾਂ ਦੇ ਅੰਦਰ ਹੀ ਚੱਲਦੀ ਰਹਿੰਦੀ ਹੈ। ਕਈ ਵਾਰ ਕਿਤੇ ਦੀਵੇ ਥੱਲੇ ਹਨੇਰਾ ਤਾਂ ਨਹੀਂ ਕੋਈ ਚੱਲ ਰਿਹਾ, ਇਹੋ ਜਿਹਾ ਮਾਹੌਲ ਤੇ ਕਿਸ ਤਰੀਕੇ ਨਾਲ ਹੋ ਰਿਹਾ, ਕਿਸ ਨਹੀਂ ਹੈ, ਇਹ ਸੋਚਣ ਦਾ ਇੱਕ ਵੱਡਾ ਮਾਮਲਾ ਹੈ। ਤੇ ਅਗਲਾ ਮਾਮਲਾ ਇਹ ਹੈ ਕਿ ਪੁਲਿਸ ਦੇ ਵਿੱਚ ਇਦੋਂ ਪਹਿਲਾਂ ਵੀ ਇਹ ਮਾਮਲੇ ਵਾਪਰੇ ਨੇ। ਬਠਿੰਡੇ ਦੇ ਇੱਕ ਪੱਤਰਕਾਰਾਂ ਦੀ ਮੈਂ ਗੱਲ ਕਰਦਾ, ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਬਾਦਲ ਸਰਕਾਰ, ਕਈ ਪੱਤਰਕਾਰਾਂ ਦੇ ਟਾਇਰਾਂ ਦੀ ਹਵਾ ਕੱਢਤੀ ਸੀ ਪੁਲਿਸ ਨੇ, ਕਿਉਂਕਿ ਪੱਤਰਕਾਰ ਪਿੱਛੇ ਜਾ ਰਹੇ ਸੀ ਵੀ ਉੱਥੇ ਕੀ ਕਰ ਰਹੇ ਨੇ, ਉੱਥੇ ਕੀ ਕਰ ਰਹੇ ਨੇ। ਟਾਇਰਾਂ ਦੀ ਹਵਾ ਕੱਢੀ, ਜਦ ਰੋਸ ਪ੍ਰਗਟ ਕੀਤਾ ਤਾਂ ਪੱਤਰਕਾਰਾਂ ਨਾਲ ਬਦਸਲੂਕੀ ਹੋਈ। ਲਗਾਤਾਰ 15 ਤੋਂ 20 ਦਿਨ ਬਾਈਕਾਟ ਰੱਖਿਆ ਬਠਿੰਡੇ ਦੇ ਪੱਤਰਕਾਰਾਂ ਨੇ, ਪ੍ਰਸ਼ਾਸਨ ਦਾ, ਪੁਲਿਸ ਦਾ, ਸਰਕਾਰ ਦਾ, ਕੋਈ ਸੁਣਵਾਈ ਨਹੀਂ ਹੋਈ। ਅੰਤ ਚੰਡੀਗੜ੍ਹ ਦੇ 17 ਸੈਕਟਰ ਚ ਇੱਕ ਸਟੇਟ ਦਾ ਇਕੱਠ ਹੁੰਦਾ ਇੱਥੋਂ, ਤੇ ਚੀਫ ਮਿਨਿਸਟਰ ਬੁਲਾਉਂਦੇ ਨੇ, ਤਾਂ ਉਸ ਇਕੱਠ ਦੇ ਵਿੱਚ ਫਿਰ ਇੱਕ ਦੋ ਅਫਸਰ ਸਸਪੈਂਡ ਹੁੰਦੇ ਨੇ, ਇੱਕ ਦੋ ਦਾ ਤਬਾਦਲਾ ਹੁੰਦਾ, ਤੇ ਬਾਕੀ ਫਿਰ ਇੱਕ ਫੈਸਲਾ ਹੁੰਦਾ ਹੈ ਕਿ ਅੱਗੇ ਤੋਂ ਕਿਸੇ ਵੀ ਪੱਤਰਕਾਰ ਦੇ ਮਾਮਲੇ ਦੇ ਵਿੱਚ ਇੱਕ ਕਮੇਟੀ ਬਣੂਗੀ, ਜਿਹਦੇ ਚ ਮੀਡੀਆ ਐਡਵਾਈਜ਼ਰ ਵੀ ਹੋਏਗਾ, ਜਿਹਦੇ ਚ ਪੱਤਰਕਾਰਾਂ ਦੇ ਨੁਮਾਇੰਦੇ ਹੋਣਗੇ। ਕਿਸੇ ਵੀ ਪੱਤਰਕਾਰ ਦੇ ਨਾਲ ਜੇਕਰ ਕੋਈ ਗੱਲ ਹੁੰਦੀ ਹੈ ਤਾਂ ਡੀਐਸਪੀ ਰੈਂਕ ਤੋਂ ਘੱਟ ਦਾ ਬੰਦਾ ਜਾਂਚ ਨਹੀਂ ਕਰੇਗਾ। ਜਾਂਚ ਹੋਣ ਤੋਂ ਬਾਅਦ ਜੇ ਕੋਈ ਗੱਲ ਬਣਦੀ ਹੈ ਤਾਂ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ। ਇਹ ਫੈਸਲਾ ਉਦੋਂ ਵੀ ਹੋਇਆ। ਇਹ ਫੈਸਲਾ ਅਮਰਿੰਦਰ ਸਿੰਘ ਵੇਲੇ ਗੌਤਮ ਧੀਰ ਦੇ ਮਾਮਲੇ ਚ ਫੜੇ ਜਾਣ ਤੋਂ ਬਾਅਦ ਵੀ ਹੋਇਆ। ਹਰ ਚੀਫ ਮਿਨਿਸਟਰ ਵੇਲੇ ਵੱਡਾ ਰੌਲਾ ਪੈਂਦਾ, ਵੱਡਾ ਬਣ ਜਾਂਦਾ, ਫਿਰ ਉਹ ਇਹੋ ਜਿਹਾ ਇੱਕ ਸਟ੍ਰੈਟਜੀ ਹੋ ਜਾਂਦੀ, ਅੱਗੇ ਤੋਂ ਆਪਾਂ ਇਹ ਕੰਮ ਕਰ ਲੈਂਦੇ ਆ ਜੀ। ਸਰਕਾਰਾਂ ਕਹਿੰਦੇ ਨੇ ਕੰਟੀਨਿਊਟੀ ਚ ਕੰਮ ਕਰਦੀਆਂ ਨੇ, ਤਾਂ ਪੁਰਾਣੇ ਤੋਂ ਸਿੱਖ ਕੇ ਇਹ ਵੀ ਕੋਈ ਇਹੋ ਜਿਹਾ ਜੁਗਾੜ ਬਣਾ ਲੈਣ, ਰੋਜ਼ ਪੰਗਾ ਨਾ ਪਵੇ, ਕਦੇ ਕਿਸੇ ਪੱਤਰਕਾਰ ਨਾਲ, ਕਦੇ ਕਿਸੇ ਪੱਤਰਕਾਰ ਨਾਲ, ਇੰਡੀਵਿਜੂਅਲੀ ਉਹਦਾ ਇੱਕ ਸਿਸਟਮ ਸੈੱਟ ਕਰ ਲਓ। ਵਾਕਈ ਕਿਸੇ ਨੇ ਗਲਤੀ ਕੀਤੀ ਹੈ, ਬਿਲਕੁਲ ਉਹਦੇ ਖਿਲਾਫ ਕਾਰਵਾਈ ਜੇਕਰ ਕੋਈ ਹੋ ਕੇ ਜੋ ਲਾ ਬਣਦਾ ਉਹਦੇ ਮੁਤਾਬਕ ਹੋਣੀ ਚਾਹੀਦੀ ਹੈ। ਜੇ ਜਰਨਲਿਸਟਿਕ ਐਥਿਕਸ 'ਚ ਉਹਦੀ ਕੋਈ ਕਮੀ ਹੈ ਤਾਂ ਵੀ ਕਿਤੇ ਨਾ ਕਿਤੇ ਸ਼ਿਕਾਇਤ ਹੋ ਜਾਂਦੀ ਹੈ, ਕੋਈ ਕੰਟੈਂਪਟ ਹੈ, ਬਾਕੀ ਚੀਜ਼ਾਂ ਨੇ, ਬਥੇਰੇ ਹੋਰ ਚੀਜ਼ਾਂ ਨੇ, ਜ਼ਰੂਰੀ ਨਹੀਂ ਕਿ ਕ੍ਰਿਮੀਨਲ ਐਂਗਲ ਇਸ ਐਂਗਲ ਦਾ ਕੋਈ ਦੇਣ ਦੀ ਕੋਈ ਗੱਲ ਹੁੰਦੀ। ਜਿਹੜੀਆਂ ਧਾਰਾਵਾਂ ਸੀ ਵਾਕਈ ਬਹੁਤ ਸਖਤ ਸੀ। ਪਹਿਲੀ ਨਜ਼ਰੇ ਇੰਜ ਲੱਗਦਾ ਸੀ ਕਿ ਸਰਕਾਰ ਨੇ ਜ਼ਿਆਦਤੀ ਕੀਤੀ ਹੈ ਔਰ ਹੋਈ ਵੀ ਹੈ, ਪਰ ਇੱਕ ਸਵਾਲ ਨਾਲ ਹੀ ਖੜਾ ਹੁੰਦਾ ਹੈ ਕਿ ਕੀ ਪੱਤਰਕਾਰਤਾ ਦੇ ਵਿੱਚ ਕੁਝ ਐਥਿਕਸ ਹੋਣੇ ਚਾਹੀਦੇ ਆ ਕਿ ਨਹੀਂ। ਹੁਣ ਪਹਿਲੀ ਗੱਲ ਤਾਂ ਇਹ ਹੈ ਕਿ ਪੁਲਿਸ ਨੂੰ ਜੇ ਇਹ ਸ਼ਿਕਾਇਤ ਮਿਲਦੀ ਹੈ, ਜਦੋਂ ਉਹਨੂੰ ਸੁਖਨੈਬ ਨੂੰ ਸੱਦ ਕੇ ਕਹਿ ਸਕਦੇ ਸੀ ਕਿ ਇਹਨੂੰ ਹਟਾਓ, ਤੁਰੰਤ ਤੁਹਾਡਾ ਕੋਈ ਮੈਕੈਨਿਜ਼ਮ ਡਿਸਟ੍ਰਿਕਟ ਲੈਵਲ ਤੇ ਵੀ ਹੋਵੇ ਕਿ ਜੇ ਕੋਈ ਬਹੁਤ ਹੀ ਜ਼ਿਆਦਾ ਖਤਰਨਾਕ ਚੀਜ਼ ਆ, ਫਿਰ ਵੀ ਪਹਿਲੀ ਨਜ਼ਰੇ ਕਹਿਣਾ ਚਾਹੀਦਾ ਕਿ ਇਹਨੂੰ ਤੁਰੰਤ ਹਟਾ ਦਿਓ। ਦੂਜੀ ਗੱਲ ਇਹ ਹੈ ਕਿ ਇੱਕ ਪੱਤਰਕਾਰ ਨੂੰ ਵੀ ਸੋਚਣਾ ਚਾਹੀਦਾ ਕਿ ਇਹੋ ਜਿਹੇ ਮਾਮਲਿਆਂ ਨੂੰ ਥੋੜਾ ਸੰਵੇਦਨਸ਼ੀਲਤਾ ਨਾਲ ਲਿਆ ਜਾਵੇ, ਇhtiyਾਤ ਵਜੋਂ, ਕਿਉਂਕਿ ਵਿਦੇਸ਼ਾਂ ਦੇ ਵਿੱਚ ਕੋਈ ਸਿਕਿਉਰਿਟੀ ਨਹੀਂ ਦਿੱਤੀ ਜਾ ਸਕਦੀ, ਉੱਥੇ ਕੋਈ ਇਸ ਤਰ੍ਹਾਂ ਦੇ ਉਪਬੰਧ ਪ੍ਰਾਵਧਾਨ ਨਹੀਂ ਹੁੰਦੇ। ਸੋ ਜਦੋਂ ਕਿਧਰੇ ਇਸ ਤਰ੍ਹਾਂ ਦਾ ਡਿਸਕਲੋਜ਼ ਹੁੰਦਾ ਹੈ ਕਿ ਕਿਸੇ VIP ਦੀ ਫੈਮਿਲੀ ਕਿੱਥੇ ਰਹਿ ਰਹੀ ਹੈ, ਤੇ ਥ੍ਰੈਟ ਥੋੜਾ ਜਿਹਾ ਵੱਧ ਜਾਂਦਾ ਹੈ। ਸਰਦਾਰ
ਜਗਤਾਰ ਸਿੰਘ ਜੀ, ਇਹਦੇ ਉੱਤੇ ਕਿਉਂਕਿ ਤੁਸੀਂ ਪੱਤਰਕਾਰਤਾ ਦੇ ਵਿੱਚ ਜੀਵਨ ਲਾਇਆ ਤੇ ਤੁਹਾਡਾ ਕੋਈ ਵਿਊ ਪੁਆਇੰਟ ਇਸ ਮਾਮਲੇ 'ਚ। ਪਹਿਲੀ ਗੱਲ ਤਾਂ ਇਹ ਕਿ ਜਿਵੇਂ ਸਰਕਾਰਾਂ ਜਰਨਲਿਸਟਾਂ ਨੂੰ ਟ੍ਰੀਟ ਕਰਦੀਆਂ ਕੇਸ ਬਣਾ ਕੇ, ਇਹ ਐਜ਼ ਏ ਮੈਟਰ ਆਫ ਪ੍ਰਿੰਸੀਪਲ ਵੈਸੇ ਹੀ ਗਲਤ ਹੈ। ਜਰਨਲਿਸਟਾਂ ਦੀਆਂ ਆਪਣੀਆਂ ਕੋਈ ਪ੍ਰੋਫੈਸ਼ਨਲ ਡਿਊਟੀਜ਼ ਹੈ, ਉਹਨਾਂ ਦੀ ਆਪਣੀਆਂ ਕੁਝ ਪ੍ਰਿਵਿਲੇਜਸ ਹੈਗੀਆਂ ਜਿਨ੍ਹਾਂ ਦੇ ਦਾਇਰੇ ਦੇ ਵਿੱਚ ਉਹਨਾਂ ਨੇ ਕੰਮ ਕਰਨਾ ਹੁੰਦਾ, ਤੇ ਉਹ ਜਿਹੜੇ ਦਾਇਰੇ ਹੈਗੇ ਆ ਉਹ ਹਮੇਸ਼ਾ ਪ੍ਰੋਟੈਕਟਡ ਰਹਿਣੇ ਚਾਹੀਦੇ। ਅਮਰੀਕਾ ਦੇ ਵਿੱਚ ਫਸਟ ਅਮੈਂਡਮੈਂਟ ਹੈ ਜਿਹਦੇ ਵਿੱਚ ਇੱਕ ਫਰੇਮਵਰਕ ਦਿੱਤਾ ਹੋਇਆ, ਉਹਨਾਂ ਨੇ ਉਹ ਸਰਕਾਰਾਂ ਹੱਥ ਨਹੀਂ ਲਾ ਸਕਦੀਆਂ ਉਸ ਫਰੇਮਵਰਕ ਦੇ ਵਿੱਚ। ਸਾਡੇ ਉਹ ਸਾਰਾ ਕੁਝ ਹੀ ਮਿਸਿੰਗ ਹੈ। ਵਾਰ-ਵਾਰ ਹਿੰਦੁਸਤਾਨ ਦੇ ਵਿੱਚ ਅਸੀਂ ਸਭ ਤੋਂ ਵੱਡੀ ਡੈਮੋਕ੍ਰੇਸੀ ਕਹਿੰਦੇ ਹਾਂ, ਲੇਕਿਨ ਜਦੋਂ ਐਕਸ਼ਨ ਇਹੋ ਜਿਹੇ ਹੁੰਦੇ ਆ ਤੇ ਉਸ ਡੈਮੋਕ੍ਰੇਸੀ ਦੇ ਕੁਐਸਚਨ ਮਾਰਕ ਲੱਗ ਜਾਂਦਾ ਹੈ। ਆਮ ਆਦਮੀ ਪਾਰਟੀ ਇਹ ਜਿਹੜੀ ਲੋਕਾਂ ਦੀ ਗੱਲ ਕਰਕੇ ਆਈ ਹੈ, ਇਹ ਐਕਸਪੈਕਟਡ ਸੀ ਕਿ ਇਹ ਪਾਰਟੀ ਆਪਣਾ ਰਵੱਈਆ ਇਹੋ ਜਿਹੇ ਇਸ਼ੂਜ਼ ਤੇ ਚੇਂਜ ਕਰੇਗੀ। ਅਫਸੋਸ ਇਸ ਗੱਲ ਦਾ ਹੈ ਕਿ ਇਹ ਪਾਰਟੀ ਵੀ ਉਹਨਾਂ ਹੀ ਲੀਹਾਂ ਤੇ ਚੱਲ ਰਹੀ ਹੈ ਜਿਨ੍ਹਾਂ ਤੇ ਪਹਿਲਾਂ ਪਾਰਟੀਆਂ ਚੱਲੀਆਂ। ਅਕਾਲੀ ਦਲ ਖਾਸ ਕਰਕੇ, ਕਾਂਗਰਸ ਨੇ ਐਮਰਜੈਂਸੀ, ਸਭ ਨੂੰ ਪਤਾ, ਆਪਾਂ ਦੁਹਰਾਉਣਾ ਕਿਉਂ ਹੁਣ, ਇਹਦੇ ਨਾਲ ਇੱਕ ਹੋਰ ਦੂਜਾ ਪੱਖ ਹੈਗਾ, ਉਹ ਸਾਡੇ ਪ੍ਰੋਫੈਸ਼ਨ ਦਾ ਆਪਣਾ ਹੈ। ਹੁਣ ਜਿਹੜੀ ਲੇਟੈਸਟ ਇਹ ਇਨਫੋਰਮੇਸ਼ਨ ਆ ਰਹੀ ਹੈ ਕਿ ਸੁਖਨੈਬ ਹੋਰਾਂ ਨੂੰ ਪੁਲਿਸ ਨੇ ਰਿਹਾ ਕਰ ਦਿੱਤਾ ਗਿਆ, ਇਹ ਵਧੀਆ ਗੱਲ ਹੈ, ਵੈਲਕਮ ਡਿਵੈਲਪਮੈਂਟ ਹੈ। ਮੈਂ ਗੱਲ ਕਰ ਰਿਹਾ ਸੀ ਨਾਲ ਕਿ ਜਿਹੜੀ ਸਾਡਾ ਆਪਣਾ ਫਰੇਮਵਰਕ ਹੈ ਪ੍ਰੋਫੈਸ਼ਨ ਦਾ, ਕੀ ਅਸੀਂ ਉਹਨੂੰ ਫੋਲੋ ਕਰਦੇ ਜਾਂ ਨਹੀਂ ਕਰਦੇ। ਪ੍ਰਿੰਟ ਮੀਡੀਆ 'ਚ ਖਾਸ ਕਰਕੇ, ਮੈਨੂੰ ਟੀਵੀ ਵਗੈਰਾ ਦਾ ਅੱਜ ਕੱਲ੍ਹ ਪਤਾ ਨਹੀਂ ਕੀ ਹੈ, ਪ੍ਰਿੰਟ ਦੇ ਵਿੱਚ ਹੁਣ ਵੀ ਹੈ ਕਿ ਜਦੋਂ ਨਵਾਂ ਰਿਪੋਰਟਰ ਆਉਂਦਾ ਹੈ ਉਹਨੂੰ ਐਜ਼ ਟ੍ਰੇਨਿੰਗ ਰਿਪੋਰਟਰ ਜੁਆਇਨ ਕਰਾਇਆ ਜਾਂਦਾ ਹੈ। ਸਾਡੇ ਵੇਲੇ ਤਾਂ ਟ੍ਰੇਨਿੰਗ 1 ਸਾਲ ਦੀ ਹੁੰਦੀ ਸੀ, ਉਸ ਤੋਂ ਬਾਅਦ ਉਹਨੂੰ ਸਟਾਫਰ ਬਣਾਇਆ ਜਾਂਦਾ ਸੀਗਾ, ਫਿਰ 6 ਮਹੀਨੇ ਰਹਿ ਗਈ। ਲੇਕਿਨ ਬੇਸਿਕ ਟ੍ਰੇਨਿੰਗ ਦਿੱਤੀ ਜਾਂਦੀ ਹੈ ਬਈ ਕਿਵੇਂ ਤੁਸੀਂ ਇਸ ਪ੍ਰੋਫੈਸ਼ਨ ਨੂੰ ਹੈਂਡਲ ਕਰਨਾ ਹੈ, ਕੀ ਤੁਹਾਡੀਆਂ ਜ਼ਿੰਮੇਵਾਰੀਆਂ, ਕਿ ਅੱਗੇ ਕਿਵੇਂ ਖਬਰ ਕਿਵੇਂ ਬਣਾਉਣੀ ਹੈ ਤੇ ਖਬਰ ਹੁੰਦੀ ਕੀ ਹੈ। ਇਹ ਜਿਹੜਾ ਸੋਸ਼ਲ ਮੀਡੀਆ ਹੁਣ ਆ ਗਿਆ, ਇਹਨੇ ਇੱਕ ਨਵੀਂ ਸਿਚੁਏਸ਼ਨ ਤੇ ਨਵੀਂ ਤਰ੍ਹਾਂ ਦਾ ਜਰਨਲਿਜ਼ਮ ਸ਼ੁਰੂ ਕਰ ਦਿੱਤਾ। ਹਰ ਬੰਦਾ ਹੁਣ ਜਰਨਲਿਸਟ ਬਣ ਜਾਂਦਾ ਹੈ, ਚੰਗੀ ਗੱਲ ਹੈ, ਕੋਈ ਮਾੜੀ ਗੱਲ ਨਹੀਂ, ਲੇਕਿਨ ਇਹਦੇ ਵਾਸਤੇ ਕੁਝ ਬੇਸਿਕਸ ਲਰਨ ਕਰਨ ਦੀ ਲੋੜ ਹੁੰਦੀ ਹੈ। ਇਹ ਪ੍ਰੋਫੈਸ਼ਨ ਸਿਰਫ ਲੋਕਾਂ ਨੂੰ ਗਾਲ ਕੱਢਣ ਦਾ ਹੀ ਨਹੀਂ, ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਵੀ ਹੈ। ਜਦੋਂ ਦੁਨੀਆ ਦੇ ਵਿੱਚ ਇੰਨੀ ਕੁਝ ਪ੍ਰੋਡਿਊਸ ਹੋ ਰਿਹਾ ਡੇਲੀ, ਹਰ ਮਿੰਟ ਤੇ ਵੀਡੀਓਜ਼ ਬਣ ਰਹੀਆਂ, ਇਹ ਪ੍ਰੀਕਾਸ਼ਨ ਤਾਂ ਜਿਹੜਾ ਬੰਦਾ ਟੀਵੀ ਆਪਣੇ ਚੈਨਲ, YouTube ਚੈਨਲ ਰਨ ਕਰ ਰਿਹਾ ਹੈ, ਉਹਦੀ ਜ਼ਿੰਮੇਵਾਰੀ ਹੈ ਕਿ ਫਿਲਟਰ ਲਾਉਣਾ ਕਿ ਨਹੀਂ ਲਾਉਣਾ। ਫਿਲਟਰ ਲਾਉਣਾ ਬਹੁਤ ਜ਼ਰੂਰੀ ਹੈ। ਜਿਹੜੀ ਪ੍ਰੋਫੈਸ਼ਨਲ ਐਥਿਕਸ ਹੈ ਉਹ ਮੇਨਟੇਨ ਕੀਤੀ ਜਾਂਦੀ ਹੈ। ਜੇ ਤੁਸੀਂ ਪ੍ਰੋਫੈਸ਼ਨਲ ਐਥਿਕਸ ਮੇਨਟੇਨ ਕਰੋਗੇ ਤੇ ਫਿਰ ਇਹੋ ਜਿਹੀ ਸਮੱਸਿਆ ਮੇਰੇ ਖਿਆਲ ਦੇ ਵਿੱਚ ਨਹੀਂ ਆਏਗੀ ਜੀ। ਇਹ ਨਹੀਂ ਹੁੰਦਾ ਕਿ ਹਰ ਤਰ੍ਹਾਂ ਦੀ ਵੀਡੀਓ ਹੀ ਤੁਸੀਂ, ਜੇ ਤੁਹਾਨੂੰ ਲੱਗਿਆ ਕਿ ਪੋਸਟ ਕਰਨ ਵਾਲੀ ਹੈਗੀ ਹੈ, ਤੇ ਬਾਹਰ ਕੋਈ ਬੰਦਾ ਕਿਸੇ ਗੁਰਦੁਆਰੇ 'ਚ ਕੋਈ ਭਾਸ਼ਣ ਦੇ ਰਿਹਾ ਹੈ ਭਗਵੰਤ ਮਾਨ ਦੀ ਫੈਮਿਲੀ ਬਾਰੇ, ਉਹ ਬੰਦਾ ਕੌਣ ਹੈ, ਗੱਲ ਨਹੀਂ ਬਾਤ ਨਹੀਂ, ਕੋਈ ਜਾਣਦਾ ਨਹੀਂ। ਮੈਂ ਦੇਖੀ ਹੈ ਵੀਡੀਓ ਜਿਹਦੀ ਚਰਚਾ ਹੋ ਰਹੀ ਹੈ, ਤੁਸੀਂ ਸਾਡੇ ਤੇ ਪੋਸਟ ਕਰ ਰਹੇ ਹੋ ਜੀ। ਕੋਈ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਮੇਰੇ ਖਿਆਲ ਦੇ ਵਿੱਚ। ਇਹ ਜਰਨਲਿਸਟਾਂ ਨੂੰ ਆਪਣੀ ਐਥਿਕਸ ਦਾ ਘੇਰਾ ਜਿਹੜਾ ਹੈ ਨਾ ਖੁਦ ਹੀ ਸਮਝਣਾ ਚਾਹੀਦਾ ਹੈ, ਕਿਉਂਕਿ ਪਹਿਲਾਂ ਤਾਂ ਟ੍ਰੇਨਿੰਗ ਹੁੰਦੀ ਸੀ, ਬੰਦਾ ਕੰਪਨੀ ਜੁਆਇਨ ਕਰਦਾ ਸੀਗਾ, ਜਿਹੜੀ ਵੀ ਮੀਡੀਆ ਹਾਊਸ ਹੁੰਦਾ ਸੀਗਾ ਉੱਥੇ ਟ੍ਰੇਨਿੰਗ ਦਿੱਤੀ ਜਾਂਦੀ ਸੀਗੀ। YouTube ਚੈਨਲ ਦੇ ਵਿੱਚ ਉਸ ਇਸ਼ੂ ਨਹੀਂ ਆਉਣਾ। ਬਿਲਕੁਲ ਠੀਕ ਹੈ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਇਹ ਇਸ ਕਰਕੇ ਇਹ ਜਿਹੜਾ ਠੀਕ ਹੈ, ਸਰਕਾਰਾਂ ਗਲਤ ਕਰਦੀਆਂ, ਸਭ ਕੁਝ ਹੈਗਾ, ਆਪਾਂ ਮੰਨ ਕੇ ਤੁਰਦੇ। ਮੈਂ ਪਹਿਲਾਂ ਹੀ ਕਿਹਾ ਵੀ ਸਰਕਾਰਾਂ ਨੇ ਜੋ ਕੁਝ ਕੀਤਾ ਹੈ, ਔਰ ਆਮ ਆਦਮੀ ਪਾਰਟੀ ਦੀ ਗੌਰਮੈਂਟ ਤੋਂ ਤਾਂ ਬਿਲਕੁਲ ਹੀ ਐਕਸਪੈਕਟਡ ਨਹੀਂ, ਪਰ ਨਾਲ ਸਾਡੀ ਵੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਪ੍ਰੋਫੈਸ਼ਨਲ ਐਥਿਕਸ ਮੇਨਟੇਨ ਕਰੀਏ। ਬਿਲਕੁਲ, ਜਿਵੇਂ ਤੁਸੀਂ ਦੱਸਿਆ ਹੈ ਕਿ ਸੁਖਨੈਬ ਸਿੰਘ ਸਿੱਧੂ ਬਾਹਰ ਆ ਚੁੱਕੇ ਨੇ ਪੁਲਿਸ ਹਿਰਾਸਤ ਵਿੱਚੋਂ। ਜੱਜ ਨੇ ਪੁਲਿਸ ਦੀ ਅਰਜ਼ੀ ਤੇ ਕਾਰਵਾਈ ਕਰਦਿਆਂ ਉਹਨਾਂ ਨੂੰ ਰਿਲੀਜ਼ ਕਰਤਾ ਹੈ ਔਰ ਉਹ ਕੋਰਟ ਦੇ ਵਿੱਚੋਂ ਬਾਹਰ ਨਿਕਲ ਚੁੱਕੇ ਨੇ। ਮੈਂ ਅਗਲੀ ਖਬਰ ਵੀ ਸਰਦਾਰ ਜਗਤਾਰ ਸਿੰਘ ਜੀ ਹਲਕਾ ਜਿਹਾ ਟੱਚ ਤੁਹਾਡੇ ਤੋਂ ਲੈਣਾ ਚਾਹੂੰਗਾ। ਅਸੀਂ ਕੱਲ ਜ਼ਿਕਰ ਕੀਤਾ ਸੀ ਜਦੋਂ ਸੁਸ਼ੀਲ ਰਿੰਕੂ ਸ਼ਾਮਲ ਹੋ ਗਏ ਸੀ ਕੇਜਰੀਵਾਲ ਸਾਹਿਬ ਦੀ ਹਾਜ਼ਰੀ ਦੇ ਵਿੱਚ, ਔਰ ਉਦੋਂ ਹੀ ਸ਼ਾਇਦ ਟਿਕਟ ਅਨਾਉਂਸ ਕਰਤੀ ਜਾਂਦੀ, ਪਰ ਜਿਹੜੇ ਸਥਾਨਕ MLA ਆ ਜਿਨ੍ਹਾਂ ਤੋਂ ਸੁਸ਼ੀਲ ਰਿੰਕੂ ਹਾਰੇ ਵੀ ਹੈ, ਉਹਨਾਂ ਦਾ ਇੱਕ ਵਿਰੋਧ ਹਲਕਾ ਜਿਹਾ ਮੱਠਾ ਕਰਨ ਲਈ, ਹਰਖ ਮੱਠਾ ਕਰਨ ਲਈ ਇਸ ਗੱਲ ਨੂੰ ਥੋੜਾ ਟਾਲਤਾ ਗਿਆ। ਤੇ ਅੱਜ ਅਧਿਕਾਰਤ ਤੌਰ ਤੇ ਇਹ ਜਿਹੜੇ ਸੰਦੀਪ ਪਾਠਕ ਹੈ ਆਰਗੇਨਾਈਜੇਸ਼ਨ ਦੇ ਜਨਰਲ ਸਕੱਤਰ ਨੇ,
ਉਹਨਾਂ ਵੱਲੋਂ ਇੱਕ ਪੱਤਰ ਜਾਰੀ ਕਰਕੇ ਟਿਕਟ ਦਾ ਐਲਾਨ ਕਰਤਾ ਗਿਆ। ਕਾਂਗਰਸ ਤੋਂ ਬਾਅਦ ਇਹ ਦੂਜੀ ਪਾਰਟੀ ਆ ਜਿਹਨੇ ਐਲਾਨ ਕੀਤਾ, ਹਾਲਾਂ ਅਕਾਲੀ ਦਲ ਨੇ ਕਰਨਾ ਹੈ। ਇਹ ਵੀ ਕੱਲ ਇੱਕ ਬੜਾ ਦਿਲਚਸਪ ਵਰਤਾਰਾ ਹੋਇਆ ਸੀਗਾ। ਅਸੀਂ ਜ਼ਿਕਰ ਕਰ ਰਹੇ ਸੀਗੇ ਜਦੋਂ ਇਹ ਪ੍ਰੋਗਰਾਮ ਕਰ ਰਹੇ ਸੀ, ਉਸੇ ਵੇਲੇ ਬਸਪਾ ਦਾ ਇੱਕ ਪ੍ਰੈਸ ਨੋਟ ਆਉਂਦਾ ਆਪਣੀ ਮੀਟਿੰਗ ਤੋਂ ਬਾਅਦ ਕਿ ਜਲੰਧਰ ਦੀ ਸੀਟ ਬਾਰੇ ਫੈਸਲਾ ਮਾਇਆਵਤੀ ਜੀ ਕਰਨਗੇ, ਭੈਣ ਮਾਇਆਵਤੀ। ਲੇਕਿਨ ਉਹਨੂੰ ਮੁੜ ਕੇ ਦਰੁਸਤ ਕਰਕੇ ਥੋੜੇ ਮਿੰਟਾਂ ਬਾਅਦ ਗੜੀ ਸਾਹਿਬ ਦੇ ਜਿਹੜਾ ਉਹਨਾਂ ਦਾ ਗਰੁੱਪ ਬਣਿਆ ਹੋਇਆ ਜਸਬੀਰ ਸਿੰਘ ਗੜੀ, ਉਹਦੇ ਵਿੱਚ ਇਹਨੂੰ ਸੋਧ ਕਰਤਾ ਗਿਆ ਸੀਗਾ ਕਿ ਦਰੁਸਤੀ ਕੀਤੀ ਜਾਂਦੀ ਹੈ, ਭੈਣ ਮਾਇਆਵਤੀ ਤੇ ਸੁਖਬੀਰ ਸਿੰਘ ਬਾਦਲ ਇਕੱਠੇ ਤੌਰ ਤੇ ਫੈਸਲਾ ਲੈਣਗੇ। ਸੋ ਜਿਹੜਾ ਸੁਸ਼ੀਲ ਰਿੰਕੂ ਵਾਲਾ ਮਾਮਲਾ, ਇਹਨੂੰ ਜ਼ਰਾ ਐਡਰੈਸ ਕਰ ਦਿਓ। ਮੈਨੂੰ ਤਾਂ ਇਸ ਗੱਲੋਂ ਹੈਰਾਨੀ ਹੋ ਰਹੀ ਹੈ ਕਿ ਆਮ ਆਦਮੀ ਪਾਰਟੀ ਘੱਟੋ ਘੱਟ ਜੋ ਕੁਛ ਇਹ ਪਹਿਲਾਂ ਕਹਿੰਦੀ ਰਹੀ ਹੈ ਉਹਦੇ ਬਾਰੇ ਤਾਂ ਪਿੱਛੇ ਮੁੜ ਕੇ ਦੇਖ ਲਿਆ ਕਰਨ। ਜਦੋਂ ਇਹ ਪਾਰਟੀ ਬਣੀ ਸੀਗੀ ਤੇ ਉਦੋਂ ਇਹ ਪ੍ਰਚਾਰ ਕਰਿਆ ਕਰਦੇ ਸੀ ਲੋਕਾਂ ਦੇ ਵਿੱਚ ਜਾ ਕੇ ਵੀ ਅਸੀਂ ਜਿਹੜੀਆਂ ਟਿਕਟਾਂ ਦੇਣੀਆਂ ਅਸੀਂ ਉਤੋਂ ਇੰਪੋਜ਼ ਨਹੀਂ ਕਰਾਂਗੇ ਕੈਂਡੀਡੇਟ ਕੋਈ ਵੀ, ਤੁਸੀਂ ਲੋਕੋ ਤੁਸੀਂ ਥੱਲੇ ਆਪਣੇ ਹਲਕੇ ਦੇ ਵਿੱਚੋਂ ਸਾਨੂੰ ਨਾ ਰਿਕਮੈਂਡ ਕਰਕੇ ਭੇਜੋਗੇ। ਕਿ ਹੁਣ ਉਹ ਸਾਰਾ ਕੁਝ ਹੀ ਇਹਨੇ ਖਤਮ ਕਰਤਾ। ਇਹਨਾਂ ਨੇ ਇੱਕ ਬੰਦਾ ਬਾਹਰੋਂ ਲਿਆ ਕੱਲ, ਅੱਜ ਉਹਦੀ ਟਿਕਟ ਅਨਾਉਂਸ ਕਰਤੀ। ਉਹਦੀ ਕੋਈ ਕਮਿਟਮੈਂਟ ਇਸ ਪਾਰਟੀ ਦੀ ਕੋਈ ਵੈਲਿਊ ਸਿਸਟਮ ਨਾਲ ਕੋਈ ਜਾਂ ਕੋਈ ਇਹਨਾਂ ਦਾ ਆਪਣਾ ਵੈਲਿਊ ਸਿਸਟਮ ਰਹਿ ਗਿਆ ਕੋਈ, ਉਹ ਤੇ ਕੁਐਸਚਨ ਮਾਰਕ ਲੱਗ ਜਾਂਦਾ। ਜੇ ਇਹਨਾਂ ਦਾ ਕੋਈ ਵੈਲਿਊ ਸਿਸਟਮ ਹੈ ਜਿਹਦੇ ਨਾਲ ਕਮਿਟਡ ਸੀ, ਜਿਹਦੇ ਕਰਕੇ ਲੋਕਾਂ ਨੇ ਇਹਨਾਂ ਤੇ ਟਰਸਟ ਕੀਤਾ ਸੀਗਾ ਕਿ ਇਹ ਨਵੀਂ ਤਰ੍ਹਾਂ ਦੀ ਪਾਰਟੀ ਹੈ। ਹੁਣ ਉਹ ਜਿਹੜੀ ਨਵੀਂ ਤਰ੍ਹਾਂ ਦੀ ਪਾਰਟੀ ਹੋਣ ਦਾ ਇਹਨਾਂ ਦਾ ਕਲੇਮ ਸੀਗਾ, ਇਹ ਰਿੰਕੂ ਨੂੰ ਜੁਆਇਨ ਕਰਾ ਕੇ ਇੱਕ ਝਟਕੇ ਦੇ ਵਿੱਚੋਂ ਖਤਮ ਹੋ ਗਿਆ। ਪਹਿਲੀ ਗੱਲ ਤਾਂ ਇਹ ਹੈ ਇਹਦੇ ਵਿੱਚ। ਦੂਸਰੀ, ਪੋਲਿਟਿਕਸ ਸਾਰੇ ਹਿੰਦੁਸਤਾਨ 'ਚ ਇਸ ਵੇਲੇ ਟੋਟਲੀ ਅਨਪ੍ਰਿੰਸੀਪਲਡ ਹੈ। ਉਹਦਾ ਬਾਅਦ ਕੋਈ ਰੌਲਾ ਹੀ ਨਹੀਂ, ਕਿਸੇ ਪਾਰਟੀ ਨਾਲ ਕੋਈ ਕਮਿਟਮੈਂਟ ਨਹੀਂ। ਅੱਜ ਇੱਕ ਪਾਰਟੀ 'ਚ ਕੱਲ੍ਹ ਦੂਜੀ ਪਾਰਟੀ ਦੇ ਵਿੱਚ ਲੋਕ ਆ ਜਾ ਰਹੇ ਹੈ। ਓਪਨ ਡੋਰ ਪਾਲਿਸੀ ਹੈ, ਰਿਵਾਲਵਿੰਗ ਡੋਰ ਕਹਿ ਲਓ, ਜਿੱਧਰ ਮਰਜ਼ੀ ਕੋਈ ਚਲਾ ਜਾਵੇ, ਕੋਈ ਪਾਰਟੀ ਜੁਆਇਨ ਕਰ ਲੈ, ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਆਈਡੀਓਲੋਜੀਕਲ ਕਮਿਟਮੈਂਟ ਕੋਈ ਨਹੀਂ ਹੈ। ਹੁਣ ਜਲੰਧਰ ਦੇ ਵਿੱਚ ਕੀ ਹੋ ਰਿਹਾ, ਹੁਣ ਕਾਂਗਰਸ ਵਰਸਸ ਕਾਂਗਰਸ ਹੋ ਗਿਆ। ਰਿੰਕੂ ਤਾਂ ਕਾਂਗਰਸ ਚੋਂ ਆਇਆ ਹੋਇਆ। ਹੁਣ ਇਹਦੇ ਆਉਣ ਨਾਲ ਹੁਣ ਇਹਨਾਂ ਨੂੰ ਫਾਇਦਾ ਹੋਣਾ, ਨੁਕਸਾਨ ਹੋਣਾ ਹੈ। ਇੱਕ ਆਪਣੀ ਪਾਰਟੀ ਦੇ ਜਿਹੜੇ ਐਸਪੀਰੈਂਟ ਸੀਗੇ ਉਹ ਤਾਂ ਨਾਰਾਜ਼ ਕਰਕੇ ਬਿਠਾ ਲਏ ਇਹਨਾਂ ਨੇ ਮੇਰੇ ਖਿਆਲ ਦੇ ਵਿੱਚ, ਜਾਂ ਬੈਠ ਜਾਣਗੇ। ਸੋ ਇਹ ਜਿਹੜਾ ਸਿਸਟਮ ਇਟਸੈਲਫ ਹੈ, ਇਹ ਤਾਂ ਆਮ ਆਦਮੀ ਪਾਰਟੀ ਇਹਦਾ ਖੁਦ ਹੀ ਇੰਟਰਸਪੈਕਸ਼ਨ ਕਰੇ ਕਿ ਜਿਹੜੀਆਂ ਗੱਲਾਂ ਅਸੀਂ ਕਰਦੇ ਸੀ ਵੈਲਿਊ ਸਿਸਟਮ ਦਾ, ਅਸੀਂ ਉਹ ਕਿਉਂ ਵਾਇਲੇਟ ਕਰ ਰਹੇ ਹਾਂ। ਸਰਦਾਰ ਹਮੀਰ ਸਿੰਘ ਜੀ, ਜਿਹੜੀ ਗੱਲ ਸਰਦਾਰ ਜੀ ਨੇ ਕੀਤੀ ਹੈ, ਸਵਾਲ ਤੇ ਇੰਨਾ ਕਿ ਹੈ ਵੀ ਕਿਸੇ ਵੇਲੇ ਫਾਇਦਾ ਵੀ ਹੋ ਜਾਂਦਾ। ਜਿਵੇਂ ਜਗਬੀਰ ਬਰਾੜ ਆ ਗਏ, ਉੱਥੇ ਵੀ ਉਹਨਾਂ ਨੂੰ 2 ਬੰਦੇ ਮਿਲ ਗਏ। ਦੂਜੇ ਬੰਨੇ ਜਿਹੜੇ ਸਿਟਿੰਗ ਐਮਐਲਏ ਆ, ਉਹਨਾਂ ਦੀ ਇਸ ਵੇਲੇ ਪੋਜੀਸ਼ਨ ਇਹ ਆ ਕਿ ਉਹਨਾਂ ਨੂੰ ਪਰਫਾਰਮ ਕਰਨਾ ਹੀ ਪੈਣਾ। ਅਦਰਵਾਈਜ਼ 4 ਸਾਲ ਪਏ ਆ, ਪਾਰਟੀਆਂ ਸੱਤਾ ਜਿਹੜੀਆਂ ਹੁੰਦੀਆਂ ਨੇ ਉਹ ਕੁਛ ਹਲਕੇ ਜਿਤਾਉਣੇ ਉਹਨਾਂ ਦੀ ਅਨੁਸਾਰ ਦੀ ਲੋੜ ਹੋਊਗੀ ਜੇ ਜਿਤਾ ਸਕਣ, ਕਿਉਂਕਿ ਜੇ ਤਾਂ ਆਹ ਮਾਮਲੇ ਐਡਰੈਸ ਪ੍ਰੋਪਰ ਨਹੀਂ ਹੁੰਦੇ, ਲੋਕਾਂ ਦਾ ਗੁੱਸਾ ਨਿਕਲਦਾ ਹੁੰਦਾ। ਸੋ ਤੁਸੀਂ ਇਹ ਸਾਰੇ ਸੀਨ ਨੂੰ ਦੇਖਿਆ, ਜਿਵੇਂ ਕਾਂਗਰਸ ਵਰਸਸ ਕਾਂਗਰਸ ਦੀ ਗੱਲ ਜਗਤਾਰ ਸਿੰਘ ਜੀ ਕਰ ਰਿਹਾ, ਜਿਸ ਤਰੀਕੇ ਨਾਲ ਅਕਾਲੀ ਦਲ ਔਰ ਬਸਪਾ ਦੇ ਵਿੱਚ ਅਜੇ ਵੀ ਇੱਕ ਅਸਮੰਜਸ ਦੀ ਸਥਿਤੀ ਆ, ਜਲੰਧਰ ਦਾ ਚੋਣ ਦ੍ਰਿਸ਼ ਕਾਫੀ ਰੌਚਕ ਹੁੰਦਾ ਜਾਂਦਾ। ਅਸਲ ਦੇ ਵਿੱਚ ਇੱਕ ਤਾਂ ਆਮ ਆਦਮੀ ਪਾਰਟੀ ਦਾ ਇਕੱਲੀ ਦਾ ਨਹੀਂ, ਸਾਰਿਆਂ ਦੇ ਇਹ ਹਾਲ ਹੈ। ਪਰ ਆਮ ਆਦਮੀ ਪਾਰਟੀ ਮਤਲਬ ਬੰਦੇ ਇੱਧਰੋਂ ਉੱਧਰ ਜਿਹੜਾ ਮਰਜ਼ੀ ਕੈਂਡੀਡੇਟ ਬਤਾ ਲੇ। ਇੱਥੇ ਕਈ ਵਾਰ 2 ਸੀਟਾਂ ਤੇ ਅਕਾਲੀ ਤੇ ਕਾਂਗਰਸੀਆਂ ਨੇ ਪਿਛਲੇ ਕੈਂਡੀਡੇਟ ਹੀ ਬਟਾ ਲਏ ਸੀ ਦੋਨੋਂ ਵੀ। ਉਹ ਤੇਰਾ ਪਹਿਲਾਂ ਲੜਿਆ ਸੀ ਮੇਰੇ ਨਾਲ ਤੇ ਉਹ ਮੇਰੇ ਨਾਲ ਇੱਥੇ ਸਮਾਣੇ ਦੇ ਵਿੱਚ ਤੇ ਇੱਧਰ ਪਾਤੜਾ ਸਾਈਡ ਦੀ। ਤੇ ਉਹਦੇ 'ਚ ਗੱਲ ਇਹ ਹੋ ਜਾਂਦੀ ਹੈ ਵੀ ਤੁਸੀਂ ਕੀ ਆਪਣੀ ਪਾਰਟੀ ਦੇ ਵਿੱਚ ਕੋਈ ਸਿਧਾਂਤ ਹੈ, ਕੋਈ ਪ੍ਰੋਗਰਾਮ ਹੈ ਜਿਹਦੇ ਆਧਾਰ ਤੇ ਚੱਲਦੇ ਹੋ, ਤੇ ਤੁਹਾਡੇ ਕੋਈ ਵਰਕਰ ਹੈਗੇ ਨੇ ਜੋ ਉਹਨਾਂ 'ਚ ਕੋਈ ਲੀਡਰ ਪ੍ਰਮੋਟ ਹੁੰਦੇ ਨੇ ਜਾਂ ਨਹੀਂ। ਪਰ ਆਮ ਆਦਮੀ ਪਾਰਟੀ ਦਾ ਤਾਂ ਐਲਾਨੀਆਂ ਗੱਲ ਹੈ ਨਾ ਇਹ। ਅਰਵਿੰਦ ਕੇਜਰੀਵਾਲ ਬਾਰ-ਬਾਰ ਕਹਿ ਰਹੇ ਨੇ ਕਿ ਇੱਥੇ ਸੇਵਾ ਕਰਨ ਆਉਣਾ ਹੈ। ਜਿਹਨੇ ਕਿਸੇ ਨੇ ਮੰਗਣਾ, ਕੋਈ ਅਹੁਦਾ ਮੰਗ ਲਿਆ, ਕੋਈ ਬਾਕੀ ਮੰਗ ਲਿਆ, ਉਹ ਵੱਡਾ ਛੋਟਾ ਚਲੇ ਜਾਓ। ਮਤਲਬ ਬਾਕੀ ਸਭ ਜਿਵੇਂ ਨਾ, ਸੇਵਾ ਦਾ ਮਤਲਬ ਇਹ ਹੈ ਵੀ ਜੇ ਤੁਸੀਂ ਗੁਰਦੁਆਰੇ ਜਾ ਕੇ ਸੇਵਾ ਕਰਨੀ ਹੈ, ਜਿਵੇਂ ਬਾਕੀ ਅਸੀਂ ਰੱਖਾਂਗੇ ਵੱਡੇ ਘਰ, ਅਸੀਂ ਰੱਖਾਂਗੇ ਬਲੈਕ ਕੈਟ ਕਮਾਂਡੋ, ਅਸੀਂ ਰੱਖਾਂਗੇ ਵੱਡੀਆਂ ਗੱਡੀਆਂ ਤੇ ਚੌਪਰ 'ਚ ਘੁੰਮਾਂਗੇ। ਤੁਹਾਡੀ ਕੋਈ ਔਕਾਤ ਨਹੀਂ, ਤੁਸੀਂ ਵਲੰਟੀਅਰ ਹੋ। ਵਲੰਟੀਅਰ ਦਾ ਰਾਈਟ ਨਹੀਂ ਹੁੰਦਾ ਕੋਈ, ਤੁਸੀਂ ਵਰਕਰ ਨਹੀਂ ਹੋ। ਵਰਕਰ ਅੱਗੇ ਪੌੜੀ ਚੜ੍ਹਦਾ ਲੀਡਰ ਬਣ ਜਾਂਦਾ ਤੇ ਉਹਦਾ ਇੱਕ ਹੱਕ ਹੁੰਦਾ ਉਸ ਮਾਮਲੇ 'ਚ। ਜਿਹੜੀ ਪਾਰਟੀ ਅੱਜ ਤੱਕ ਨਾਮ ਦੇ ਤੌਰ ਤੇ ਆਪਣੇ ਵਰਕਰ ਨੂੰ ਸਨਮਾਨ ਨਹੀਂ ਦੇ ਪਾ ਰਹੀ, ਉਹ ਕੱਲ ਨੂੰ ਕਿਵੇਂ ਉਹਦਾ ਹੱਕ ਕਿਵੇਂ ਤਸਲੀਮ ਕਰ ਲੇਗੀ ਕਿ ਤੇਰਾ ਹੱਕ ਹੈ ਇਸ ਮਾਮਲੇ ਦੇ ਉੱਤੇ। ਇਸ ਲਈ ਇਹ ਤਾਂ ਜਿਹੜਾ ਨੋਮੀਕਲੇਚਰ ਹੁੰਦਾ ਹੈ, ਨਾਮ ਜਿਹੜੇ ਹੁੰਦੇ ਨੇ, ਇਹਦੇ 'ਚ ਬਹੁਤ ਮਾਅਨੇ ਹੁੰਦੇ ਨੇ। ਇਸ ਕਰਕੇ ਇੱਕ ਤਾਂ ਉੱਥੇ ਨਹੀਂ ਹੈ। ਦੂਜੀ ਗੱਲ,
ਜਿਹੜੀ ਗੱਲ ਇਹ ਹੈ ਕਿ ਉਹ ਐਮਐਲਏ ਨੂੰ ਜਿਤਾਉਣਾ ਪਏਗਾ, ਨਹੀਂ ਜਿਤਾਉਣਗੇ ਪਾਰਟੀ ਦੇਖੀ। ਇਹ ਸੰਗਰੂਰ ਵੀ ਫੰਡਾ ਦੇਖਿਆ, 9 ਦੇ 9 ਸੀਗੇ ਉੱਥੇ ਤਾਂ ਡਿਕਲੇਅਰ ਕੀਤਾ ਸੀ ਵੀ ਜਿਹੜੇ ਐਮਐਲਏ ਤੇ ਵੋਟ ਘਟ ਗਈ ਦੇਖ ਲਿਓ, ਸਾਰੇ ਮੰਤਰੀ ਬਣ ਗਏ ਕਈ ਜਾਣੇ, ਸਗੋਂ ਉੱਥੇ ਤਾਂ ਮੰਤਰੀ ਬਣੇ ਫਿਰਦੇ ਨੇ, ਜਿਹੜਾ ਨਹੀਂ ਸੀ ਉਹ ਵੀ ਬਣ ਗਿਆ। ਤੇ ਜੇ ਵੋਟਾਂ ਘਟ ਪਈਆਂ ਨੇ ਉਦੋਂ ਪਹਿਲਾਂ, ਮਤਲਬ ਉਹਨਾਂ ਨੂੰ ਵੀ ਪਤਾ ਹੈ ਕਿ ਇਹ ਗੱਲਾਂ ਸਗੂਫਾਬਾਜੀ ਹੁੰਦੀਆਂ ਨੇ। ਜੇ ਅੱਜ ਮੈਨੂੰ ਟਿਕਟ ਨਹੀਂ ਦਿੱਤੀ ਜਾਂ ਅੱਜ ਮੇਰੇ ਕਹੇ ਤੇ ਨਹੀਂ ਦਿੱਤੀ, ਜੇ 4 ਸਾਲ ਪਏ ਨੇ ਕਿਹੜੇ ਰਾਜੇ ਦੀ ਪਰਜਾ ਆਉਣੀ ਹੈ, ਕੌਣ ਪੁੱਛਦਾ ਉੱਥੋਂ? ਉਦੋਂ ਨੇੜੇ ਜਾ ਕੇ 15 ਦਿਨ ਜਾ ਕੇ ਪਰਫਾਰਮ ਕਰ ਲਾਂਗੇ, ਨੇੜੇ ਜਾ ਕੇ 15 ਦਿਨ ਬਾਅਦ ਹੋ ਜੂ, ਤਾਂ ਇੱਕ ਭਰੋਸਾ ਟੁੱਟਦਾ ਹੈ। ਫੈਸਲਾ ਕੁਨ ਤਰੀਕੇ ਦਾ ਇੱਕ ਭਰੋਸਾ ਹੁੰਦਾ ਨਾ ਕਿ ਨੰਬਰ ਤੁਸੀਂ ਕਿਵੇਂ ਜੋੜਦੇ ਹੋ, ਜਾਂ ਤਾਂ ਨੰਬਰ ਤੁਸੀਂ ਓਨੈਸਟਲੀ ਇਮਾਨਦਾਰੀ ਨਾਲ ਉਸ ਕਿਸੇ ਪ੍ਰਿੰਸੀਪਲ ਤੇ ਜੋੜਦੇ ਹੋਵੋ, ਫਿਰ ਲੋਕ ਵੀ ਉਵੇਂ ਤੁਹਾਨੂੰ ਡੀਲ ਕਰਨ ਲੱਗ ਜਾਂਦੇ ਨੇ, ਲੋਕ ਉਸ ਤਰੀਕੇ ਨਾਲ ਤੁਹਾਨੂੰ ਰਿਸਪੌਂਸ ਹੁੰਗਾਰਾ ਦੇਣ ਲੱਗ ਜਾਂਦੇ ਨੇ। ਤੇ ਇੱਥੇ ਇੱਕ ਤੁਸੀਂ ਲੋਕਾਂ ਦਾ ਐਕਚੁਅਲੀ ਉਹਦਾ ਮਾਣ ਤੋੜਦੇ ਹੋ, ਉਹਦਾ ਸਨਮਾਨ ਤੋੜਦੇ ਹੋ, ਜਿਹੜਾ ਵਰਕਰ ਤੁਹਾਡੇ ਲਈ ਲੜ ਰਿਹਾ ਮੁਹੱਲੇ 'ਚ, ਏਰੀਏ 'ਚ, ਵੱਖ-ਵੱਖ ਥਾਵਾਂ ਦੇ ਉੱਤੇ, ਤੇ ਉਹੀ ਬੰਦਾ ਆ ਕੇ ਤੁਹਾਡੇ ਤੇ ਸਿਰ ਤੇ ਬੈਠ ਜਾਂਦਾ, ਜਿਹੜਾ ਕਿਸੇ ਵੀ ਪਾਰਟੀ ਦੇ ਕੋਈ ਵੀ ਬਿਠਾਵੇ, ਤਾਂ ਉਹਨੂੰ ਹਜਮ ਕਰਨਾ ਤਾਂ ਬਹੁਤ ਮੁਸ਼ਕਲ ਹੈ। ਜੋ ਮਰਜ਼ੀ ਹੋਵੇ, ਹਿਊਮਨ ਬੀਇੰਗ ਹੈ ਆਫਟਰ ਆਲ। ਪਰਿਵਾਰਕ ਝਗੜਿਆਂ 'ਚ ਵੀ ਜੇ ਐ ਕਰ ਲੋ ਕੱਲਾ ਤਾਂ ਵੀ ਸੌਖੇ ਕੰਮ ਨਹੀਂ ਹੁੰਦੇ। ਇਹ ਤਾਂ ਦੂਰ ਦੀਆਂ ਗੱਲਾਂ, ਟੀਮਾਂ 'ਚ ਕੈਪਟਨ ਨਹੀਂ ਲੋਕ ਸਵੀਕਾਰ ਕਰਦੇ, ਹਾਲਾਂਕਿ ਮਿਲ ਕੇ ਖੇਡਣਾ ਹੀ ਹੁੰਦਾ, ਇਹ ਤਾਂ ਦੂਰ ਦੀ ਗੱਲ ਹੈ। ਇਸ ਲਈ ਇਸ ਨੂੰ ਤੁਸੀਂ ਮਨੋਦਸ਼ਾ ਨਹੀਂ ਸਮਝ ਰਹੀਆਂ ਪੋਲੀਟੀਕਲ ਧਿਰਾਂ ਜਿਹੜੀਆਂ ਨੇ, ਉਹ ਆਪਣੇ ਤਰੀਕੇ ਨਾਲ ਕੰਮ ਕਰਦੀਆਂ ਨੇ, ਪਰ ਜੋ ਉਹਨਾਂ ਨੂੰ ਲੱਗਦਾ ਹੈ ਠੀਕ ਹੈ, ਉਹਨਾਂ ਨੇ ਇੱਕ ਆਪਦਾ ਟਾਈਮ ਕੱਢਣਾ ਹੁੰਦਾ, ਉਦੋਂ ਬਾਅਦ ਦੇਖ ਲੈਣਗੇ ਜੋ ਵੀ ਤਰੀਕਾ ਹੋਏਗਾ। ਸਰਦਾਰ ਹਰਮੀਤ ਸਿੰਘ ਜੀ, ਜਿਹੜੀ ਗੱਲ ਤੁਸੀਂ ਉਹ ਕਹੀ ਨਾ, ਮੇਰੇ ਮਨ ਜੀ ਲੱਗਦੀ ਆ ਥੋੜੀ ਜੀ, ਵੀ ਜਦੋਂ ਆਪਾਂ ਨਵੇਂ ਆਏ ਸੀ ਉਦੋਂ ਤਾਂ ਸਾਨੂੰ ਬੰਦਿਆਂ ਦੀ ਲੋੜ ਸੀ, ਉਦੋਂ ਸਾਡੇ ਵੱਲ ਕਿੰਨੇ ਆਉਣਾ ਸੀ। ਹੁਣ ਸਾਨੂੰ ਯੂਨੀਵਰਸਿਟੀਆਂ ਦੇ ਮਾਲਕ ਮਿਲਦੇ ਆ ਸਰਦਾਰ ਜੀ, ਹੁਣ ਸਾਨੂੰ ਵੱਡੀਆਂ ਹਵੇਲੀਆਂ ਵਾਲੇ ਦਰਵਾਜ਼ੇ ਖੋਲ ਕੇ ਰੈੱਡ ਕਾਰਪਟ ਵਿਛਾ ਕੇ ਕਹਿੰਦੇ ਸਰ ਇੱਥੇ ਪ੍ਰੈਸ ਕਾਨਫਰੰਸ ਕਰ ਲਓ, ਜਿੱਥੇ ਸ਼ਾਮਲ ਕਰਾਉਂਦੇ ਨੇ। ਹੁਣ ਸਾਡੇ ਕੋਲ ਵੱਡੇ ਕਾਰਪੋਰੇਟ ਘਰਾਣੇ ਆਉਂਦੇ ਨੇ। ਹੁਣ ਉਹ ਵਰਕਰ, ਉਹ ਜਿਹੜਾ ਮੋਚੀ ਸੀ, ਉਹ ਜਿਹੜਾ ਸਾਈਕਲਾਂ ਦੇ ਪੈਂਚਰ ਲਾਉਣ ਵਾਲਾ ਸੀ, ਸਧਾਰਨ ਘਰ ਦਾ ਚਪੜਾਸੀ ਦਾ ਪੁੱਤ, ਉਹ ਸਾਰੇ ਹੁਣ ਪਿਛਾਂਹ ਚਲੇ ਗਏ। ਉਦੋਂ ਮਿਲਦੇ ਉਹ ਸੀ। ਇਹ ਗੱਲ ਸਪਲਾਈ ਦੀ ਆ, ਇਹ ਮਾਰਕੀਟ ਦੀ ਆ, ਇਹ ਮੰਡੀ ਦੀ ਆ। ਵਧੀਆ ਗੱਲ। ਮੈਂ ਤੇ ਇੱਕ ਗੱਲ ਜ਼ਰੂਰ ਇੱਕ ਕਮੈਂਟ ਕਰਨਾ ਚਾਹੁੰਦਾ, ਹਾਂਜੀ, ਤੇ ਇਹਦੇ ਤੇ ਨਾ ਇੱਕ ਦੇਸ਼ ਦੇ ਵਿੱਚ ਪ੍ਰਾਈਮ ਮਿਨਿਸਟਰ ਦਾ ਖੁਆਬ ਦੇਖਣ ਵਾਲਾ ਲੀਡਰ ਪੈਦਾ ਹੋ ਗਿਆ ਸੀ, ਜਿਹੜਾ IT ਬॉय ਦੇ ਤੌਰ ਤੇ ਦੇਖਿਆ ਜਾਂਦਾ ਸੀ। ਉਹਦਾ ਨਾਮ ਸੀ ਚੰਦਰ ਬਾਬੂ ਨਾਇਡੂ। NDA ਦੀ ਪਹਿਲੀ ਗਵਰਨਮੈਂਟ ਦੇ ਵੇਲੇ, ਵਾਜਪਾਈ ਵੇਲੇ ਦੀ ਗੱਲ ਹੈ ਇਹ। ਔਰ ਜਿਹੜਾ ਸਿੱਧਾ ਪਹਿਲਾਂ ਜ਼ਿਲ੍ਹਾ ਮੈਜਿਸਟ੍ਰੇਟਾਂ ਨਾਲ ਕੰਪਿਊਟਰ ਤੇ ਚਰਚਾ ਕਰਨ ਲੱਗ ਗਿਆ ਸੀ। ਮੁੜ ਕੇ ਕਿਸਾਨੀ, ਮਜ਼ਦੂਰ, ਪੇਂਡੂ ਅਰਥ ਵਿਵਸਥਾ ਐਸੀ ਵਿਗੜੀ ਤੇ ਅੱਜ ਤੱਕ ਪੈਰ ਨਹੀਂ ਲੱਗ ਰਹੇ ਚੰਦਰ ਬਾਬੂ ਨਾਇਡੂ ਦੇ। ਸਟੇਟ ਤਾਂ ਟੁੱਟੀ, ਉਹ ਅਲੱਗ ਸਵਾਲ ਹੈ। ਇਸ ਲਈ ਵੋਟਾਂ ਉੱਥੇ ਵੀ ਹੁੰਦੀਆਂ ਨੇ, ਉਹ ਪੌੜੀ ਚੱਕ ਲੈਂਦੇ ਨੇ ਪਿੱਛੋਂ ਉੱਪਰ ਚੜਾ ਕੇ, ਜਿਹੜੇ ਉੱਪਰ ਸੀਗਾ ਪੌੜੀ ਤੇ ਖੇਡੋ ਕੋਠੇ ਤੇ ਵੱਡੇ ਬੰਦਿਆਂ ਨਾਲ, ਤੇ ਜਿਹੜੀ ਨਿਚਲੀ ਪੌੜੀ ਆ ਨਾ, ਵੋਟ ਉੱਥੋਂ ਆਉਣੀ ਹੁੰਦੀ ਆ ਅਸਲ 'ਚ। ਤੁਸੀਂ ਤਾਂ ਸਿਰੇ ਲਾਤੀ, ਹੁਣ ਮੈਂ ਕੀ ਕਵਾਂ। ਚਲੋ ਮੈਂ ਸਰਦਾਰ ਜਗਤਾਰ ਸਿੰਘ ਹੁਣਾਂ ਵੱਲ ਚੱਲਦਾ। ਸਰਦਾਰ ਜਗਤਾਰ ਸਿੰਘ ਜੀ, ਕੱਲ ਇੱਕ ਕਾਫੀ ਖਾਸ ਦਿਨ ਹੈ। ਆਮ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਔਰ ਇਹਦੇ ਜਥੇਦਾਰਾਂ ਦੇ ਇਤਿਹਾਸ ਵਿੱਚ ਪੱਤਰਕਾਰ ਘੱਟ ਹੀ ਕਦੇ ਸੱਦੇ ਗਏ। ਪੱਤਰਕਾਰ ਸੱਦ ਕੇ ਸਜ਼ਾ ਜ਼ਰੂਰ ਲਾਈ ਗਈ, ਇਹ ਤੇ ਮੈਂ ਸੁਣਿਆ। ਪੱਤਰਕਾਰ ਸਿੱਖੀ ਚੋਂ ਖਾਰਜ ਵੀ ਕੀਤੇ ਗਏ ਨੇ, ਪਰ ਪਹਿਲੀ ਵਾਰੀ ਸਿੰਘ ਸਾਹਿਬ ਤਲਵੰਡੀ ਸਾਬੋ ਦੀ ਧਰਤੀ ਤੇ, ਗੁਰੂ ਗੋਬਿੰਦ ਸਿੰਘ ਜਿੱਥੇ, ਔਰ ਉੱਥੇ ਪੱਤਰਕਾਰ ਜਾਣਗੇ। ਬੜੀ ਚੰਗੀ ਗੱਲ ਹੈ ਕਿ ਬੜੇ ਸੁਹਿਰਦ ਸਿਆਣੇ ਬੰਦੇ ਸਾਰੇ ਸੱਦਿਆ। ਸਿੰਘ ਸਾਹਿਬ ਨੇ ਉੱਥੇ ਕਿਸ ਤਰ੍ਹਾਂ ਦਾ ਪ੍ਰੋਗਰਾਮ ਦੇਣਾ ਕੋਈ ਪਤਾ ਨਹੀਂ। ਇਹ ਚਰਚਾ ਹੋਣ ਤੋਂ ਬਾਅਦ ਕੋਈ ਦੇਣਾ ਵੀ ਹੈ ਪ੍ਰੋਗਰਾਮ, ਕੋਈ ਗੱਲ ਆਖਰੀ ਹਰਫ ਵੀ ਆਉਣਾ ਕਿ ਨਹੀਂ, ਇਹ ਗੱਲ ਵੀ ਨਹੀਂ ਪਤਾ। ਪਰ ਪੁਲਿਸ ਤੇ ਸਰਕਾਰ ਬੜੀ ਅਲਰਟ ਤੇ ਆ। ਫਲੈਗ ਮਾਰਚ ਹੋ ਰਿਹਾ। ਇਹ ਫਲੈਗ ਮਾਰਚ ਸਰਦਾਰ ਹਮੀਰ ਸਿੰਘ ਹੋਰਾਂ ਤੋਂ ਜਾਂ ਬਾਕੀ ਪੱਤਰਕਾਰਾਂ ਤੋਂ ਡਰਦਿਆਂ ਹੋ ਰਿਹਾ। ਇਹ ਕਿੱਦਾਂ ਇਹਨੂੰ ਦੇਖੀਏ? ਵੈਸੇ ਅਸੀਂ ਵਿਅੰਗ 'ਚ ਲੈ ਰਹੇ ਹਾਂ, ਕੋਈ ਗੁੱਸਾ ਨਾ ਕਰ ਜਿਓ। ADGP ਬਹੁਤ ਵੱਡੇ ਪੱਧਰ ਦੇ ਅਧਿਕਾਰੀ ਹੁੰਦੇ ਆ, ਤੇ ਉਹਨਾਂ ਨੂੰ ਫੀਲਡ 'ਚ ਜਾ ਕੇ ਫਿਰਨਾ ਪਵੇ, ਕੋਈ ਸੌਖਾ ਥੋੜੀ, ਕੋਈ ਠੰਡਾ ਥੋੜੀ ਕੱਢਦਾ, ਤੇ ਉਧਰੋਂ ਅਸੀਂ ਡੈ ਪੈਨੇ ਆਲੋਚਨਾ ਕਰਨ। ਜੀ ਸਰਦਾਰ ਜਗਤਾਰ ਸਿੰਘ, ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਭਗਵੰਤ ਮਾਨ ਹੋਰਾਂ ਦੀ ਸਰਕਾਰ ਪੰਜਾਬ ਨੂੰ ਇੱਕ ਡਿਸਟਰਬਡ ਏਰੀਆ ਬਣਾ ਕੇ ਕਿਉਂ ਪੇਸ਼ ਕਰ ਰਹੀ ਹੈ। ਇਹ ਪਿਛਲੇ ਕੁਝ ਦਿਨਾਂ ਤੋਂ, ਜਦੋਂ ਤਾਂ ਅਮਰਤਪਾਲ ਦਾ ਫੈਨਾਮਨਾ ਸਾਹਮਣੇ ਆਇਆ ਉਹਨੂੰ ਅਰੈਸਟ ਕਰਨ ਦਾ, ਉਸ ਤੋਂ ਬਾਅਦ ਲਗਾਤਾਰ ਰੋਜ਼ ਕਿਤੇ ਨਾ ਕਿਤੇ ਆਲਮੋਸਟ ਫਲੈਗ ਮਾਰਚ ਹੋ ਰਹੇ ਹੈ, ਤੇ RAF ਦੀ ਟੁਕੜੀਆਂ ਵੀ ਨਾਲ ਚੱਲਦੀਆਂ। ਪੰਜਾਬ ਅਦਰਵਾਈਜ਼ ਬਿਲਕੁਲ ਸ਼ਾਂਤ ਹੈ, ਲੇਕਿਨ ਜਦੋਂ TV ਤੇ ਸਾਰਾ ਕੁਝ ਦਿਖਾਇਆ ਜਾਂਦਾ ਹੈ ਕਿ ਆਹ ਸਟੇਟ ਫਲੈਗ ਮਾਰਚ ਹੋ ਰਹੇ, ਕਿਹੜੀ ਗੱਲ ਤੇ ਹੋ ਰਹੇ, ਥ੍ਰੈਟ ਕਿਹੜੀ ਗੱਲ ਤੇ ਹੈ? ਕੀ ਇਹ ਸਰਕਾਰ ਇੰਨੀ ਕਮਜ਼ੋਰ ਹੈ ਕਿ ਇੱਕ ਬੰਦਾ ਜਿਹੜਾ ਅੰਡਰਗਰਾਊਂਡ ਹੈ ਉਹ ਤੋਂ ਡਰੀ ਹੋਈ ਹੈ? ਜਾਂ ਕੱਲ
ਹੁਣ ਜਿਵੇਂ ਤਲਵੰਡੀ ਸਾਬੋ ਅੱਜ ਫਲੈਗ ਮਾਰਚ ਹੋਇਆ, ਇਹ ਕੀ ਕਰਨਾ ਕਿ ਕੀ ਦਿਖਾਉਣਾ ਚਾਹੁੰਦੇ ਆ? ਤਲਵੰਡੀ ਸਾਬੋ ਵਰਚੁਅਲੀ ਇੱਕ ਵੱਡਾ ਪਿੰਡ ਹੈ, ਕਿ ਉੱਥੇ ਤੁਸੀਂ ਫਲੈਗ ਮਾਰਚ ਕਰਕੇ ਤੁਸੀਂ ਕੀ ਦਿਖਾਉਣਾ ਚਾਹੁੰਦੇ ਹੋ, ਤੇ ਪ੍ਰੋਜੈਕਸ਼ਨ ਤੁਹਾਡੀ ਕੀ ਹੈ? ਕਿ ਅੰਮ੍ਰਿਤਪਾਲ ਨੂੰ ਫੜਨ ਵਾਸਤੇ ਹੈ? ਜੇ ਫੜਨ ਵਾਸਤੇ ਹੈ ਤੇ ਇਹ ਅਨਪ੍ਰੋਫੈਸ਼ਨਲ ਜਿਹੜਾ ਪੁਲਿਸ ਦਾ ਐਟੀਟਿਊਡ ਲਗਾਤਾਰ ਦਿਖਾਇਆ ਜਾ ਰਿਹਾ ਹੈ, ਇਹ ਕਲੋਨੀਅਲ ਹੈ ਕਿ ਡਰ ਪੈਦਾ ਕੀਤਾ ਜਾਵੇ। ਡੈਮੋਕ੍ਰੇਸੀ ਦੇ ਵਿੱਚ ਡਰ ਨਾਲ ਸਰਕਾਰਾਂ ਨਹੀਂ ਚੱਲਦੀਆਂ ਹੁੰਦੀਆਂ, ਤੇ ਨਾ ਹੀ ਲੋਕਾਂ ਨੂੰ ਡਰ ਨਾਲ ਇਸ ਤਰ੍ਹਾਂ ਦਬਾਇਆ ਜਾ ਸਕਦਾ ਹੁੰਦਾ ਹੈ। ਇਹ ਜਿਹੜਾ ਪੈਨਿਕ ਕ੍ਰੀਏਟ ਕਰਨ ਦੀ ਗੱਲ ਹੈਗੀ, ਮੇਰੇ ਖਿਆਲ 'ਚ ਇਹ ਤਾਂ ਪਹਿਲੀ ਗੱਲ ਤਾਂ ਸਾਰਿਆਂ ਨੂੰ ਇਹਦਾ ਨੋਟਿਸ ਲੈਣਾ ਚਾਹੀਦਾ ਹੈ, ਕਿਉਂਕਿ ਨੈਸ਼ਨਲ ਲੈਵਲ ਤੇ ਲਗਾਤਾਰ ਫੋਕਸ ਇਹ ਗੱਲ ਤੇ ਹੋ ਰਿਹਾ ਹੁੰਦਾ ਹੈ। ਦੂਜੀ ਗੱਲ, ਜਿਹੜਾ ਉਹਨਾਂ ਨੇ ਜਥੇਦਾਰ ਹਰਪ੍ਰੀਤ ਸਿੰਘ ਨੇ ਇਨੀਸ਼ੀਏਟਿਵ ਲਿਆ, ਮੇਰੇ ਖਿਆਲ 'ਚ ਆਪਣੇ ਆਪ ਦੀ ਗੱਲ ਬਹੁਤ ਵਧੀਆ ਹੈ। ਉਹਨਾਂ ਨੇ ਇਹਦਾ ਸਬਜੈਕਟ ਵੀ ਅੱਗੇ ਆਊਟਲਾਈਨ ਕੀਤਾ ਸੀ ਕਿ ਜਿਸ ਤਰੀਕੇ ਨਾਲ ਮੀਡੀਆ ਦੇ ਵਿੱਚ ਖਾਸ ਕਰਕੇ ਟੀਵੀ ਤੇ ਉੱਤੇ ਪਿਛਲੇ 15-20 ਦਿਨ ਤੋਂ ਪੰਜਾਬ ਖਾਸ ਕਰਕੇ ਔਰ ਸਿੱਖਾਂ ਬਾਰੇ ਜਿਹੜਾ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ, ਬਦਨਾਮ ਸਿੱਖਾਂ ਨੂੰ ਕੀਤਾ ਜਾ ਰਿਹਾ ਹੈ, ਉਹ ਡਿਸਕਸ ਕਰਨਾ ਉਹਨਾਂ ਨੇ। ਵਧੀਆ ਗੱਲ ਹੈ, ਡਿਸਕਸ ਹੋਣਾ ਚਾਹੀਦਾ ਹੈ। ਇਹ ਬਹੁਤ ਸੀਰੀਅਸ ਇਸ਼ੂ ਹੈ। ਮੁਸਲਮਾਨਾਂ ਨਾਲ ਬੜੇ ਸਾਲਾਂ ਤੋਂ ਇਹੀ ਕੁਝ ਹੁੰਦਾ ਆ ਰਿਹਾ, ਉਹਨਾਂ ਦੀ ਆਵਾਜ਼ ਨਹੀਂ ਉੱਠੀ। ਇਹ ਚੰਗੀ ਗੱਲ ਹੈ ਕਿ ਜਥੇਦਾਰ ਕੱਲ੍ਹ ਤੱਕ ਨੇ ਇਹ ਇਨੀਸ਼ੀਏਟਿਵ ਲੈ ਕੇ ਆਵਾਜ਼ ਉਠਾਈ ਹੈ। ਇਹ ਆਵਾਜ਼ ਨੈਸ਼ਨਲ ਲੈਵਲ ਤੱਕ ਤਲਵੰਡੀ ਸਾਬੋ ਤੋਂ ਕੱਲ੍ਹ ਜਾਣੀ ਚਾਹੀਦੀ ਹੈ ਕਿ ਇਹ ਜਿਹੜੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੰਪੇਨ ਚੱਲੀ ਹੋਈ ਹੈ, ਇਹ ਬੰਦ ਹੋਣੀ ਚਾਹੀਦੀ ਹੈ। ਸੋ ਉਸ ਗੱਲੋਂ ਉਹ ਫਰੇਮਵਰਕ ਬਿਲਕੁਲ ਠੀਕ ਹੈ, ਤੇ ਮੇਰੇ ਖਿਆਲ 'ਚ ਅੱਗੇ ਦੇਖਾਂਗੇ ਕਿ ਉਸ ਤੋਂ ਬਾਅਦ ਨਿਕਲ ਕੇ ਉਹਦੇ ਵਿੱਚੋਂ ਕੀ ਆਉਂਦਾ। ਸਰਦਾਰ ਹਮੀਰ ਸਿੰਘ ਜੀ, ਇਹਦੇ ਤੇ ਹਲਕੀ ਜਿਹੀ ਗੱਲ ਇੱਕ ਜ਼ਰੂਰ ਕਰ ਦਿਓ ਕਿ ਉੱਥੇ ਕੋਈ, ਮੈਨੂੰ ਲੱਗਦਾ ਨਹੀਂ ਕਿ ਬਹੁਤ ਵੱਡਾ ਇਕੱਠ ਹੋਣ ਦੀ ਸੰਭਾਵਨਾ ਹੋਵੇ, ਕਿਉਂਕਿ ਸੱਦੇ ਤਾਂ ਜਰਨਲਿਸਟ ਨੇ, ਪੱਤਰਕਾਰਤਾ ਖੇਤਰ ਨਾਲ ਸੰਬੰਧਿਤ ਵਿਅਕਤੀਆਂ ਦੀ ਇੱਕ ਇਕੱਤਰਤਾ ਹੈ। ਕੋਈ ਕਾਨਫਰੰਸ ਬਹੁਤ ਵੱਡੀ ਨਹੀਂ ਹੈ ਕਿ ਉੱਥੇ ਜਨਤਕ ਜੀਵਨ ਦੇ ਲੋਕਾਂ ਨੇ ਆਉਣਾ, ਪਬਲਿਕ ਨੇ ਆਉਣਾ ਤੇ ਉੱਥੇ ਪੱਤਰਕਾਰਾਂ ਨੇ ਕੋਈ ਸ਼ੋਅ ਲਾਉਣਾ ਹੈ, ਐਸਾ ਵੀ ਕੁਝ ਨਹੀਂ ਹੈ। ਸਿੰਘ ਸਾਹਿਬ ਨੇ ਮੇਰੇ ਖਿਆਲ ਇੱਕ ਹਾਲ ਦੇ ਵਿੱਚ ਹੀ ਇਹ ਇਕੱਤਰਤਾ ਨੂੰ ਐਡਰੈਸ ਕਰਨਾ ਹੋਊਗਾ, ਕੁਝ ਚੰਦ ਬੁਲਾਰੇ ਬੋਲਣਗੇ ਤੇ ਜਿਹੜੀਆਂ ਦਰਪੇਸ਼ ਸਮੱਸਿਆਵਾਂ ਨੇ ਉਹਨਾਂ ਦਾ ਜ਼ਿਕਰ ਹੋ ਜਾਊਗਾ, ਹੋਰ ਤਾਂ ਕੁਝ ਮੈਨੂੰ ਲੱਗਦਾ ਨਹੀਂ। ਅਸਲ 'ਚ ਮੈਨੂੰ ਲੱਗਦਾ ਸਰਕਾਰ ਦੀ ਨਾ ਟਾਈਮਿੰਗ ਦੀ ਗੜਬੜ ਬਹੁਤ ਜ਼ਿਆਦਾ ਚੱਲ ਰਹੀ ਹੈ, ਟਾਈਮ ਐਡਜਸਟਮੈਂਟ ਕਿਤੇ ਨਹੀਂ ਹੋ ਰਿਹਾ। ਸ਼ਾਇਦ ਉਹ ਇਹਦੇ ਕਰਕੇ ਨਾ ਅੱਜ ਕਰਨਾ ਚਾਹੁੰਦੇ ਹੋਣ, ਅੱਗੇ ਜੀ 12 ਤੋਂ 15 ਤੱਕ ਜਿਹੜੇ ਬੁਲਾਏ ਨੇ ਇਕੱਠ, ਜਾਂ ਸਿਮਰਜੀਤ ਮਾਨ ਉਹਨਾਂ ਨੇ ਕਹਿਤਾ ਕਿ ਵਿਸਾਖੀ ਤੇ ਸਰਬੱਤ ਖਾਲਸਾ ਬੁਲਾਵਾਂਗੇ, ਉਹ ਸ਼ਾਇਦ ਉਹਦੇ ਕਰਕੇ ਉਦੋਂ ਬਾਅਦ ਵੀ ਹੋ ਸਕਦਾ ਸੀ। ਅੱਜ ਤਾਂ 7 ਤਰੀਕ ਹੈ, ਬਹੁਤ ਟਾਈਮ ਪਿਆ। ਜੇਕਰ ਮਤਲਬ ਇਕੱਠਾਂ ਦੇ ਵਿੱਚ ਇਹ ਕੋਈ ਰੈਲੀ ਨਹੀਂ ਹੋ ਰਹੀ, ਇੱਕ ਮੀਟਿੰਗ ਹੈ। ਮੀਟਿੰਗ ਨੂੰ ਜੇ 100 ਤੋਂ ਵੱਡੀ ਮੀਟਿੰਗ ਹੋ ਜੇ 100 ਜਣਿਆਂ ਤੋਂ ਤੁਸੀਂ ਕਾਨਫਰੰਸ ਕਹਿ ਦਿਓ ਵੱਧ ਤੋਂ ਵੱਧ, ਮਤਲਬ ਇੱਕ ਟਾਈਪ ਦੀ ਜਿਹੜੀ ਗੱਲ ਹੈ ਨਾ, ਇਹ ਤਾਂ ਨਾਰਮਲ ਇੱਕ ਗੱਲ ਹੈ, ਔਰ ਉਹ ਵੀ ਇੱਕ ਪ੍ਰੋਫੈਸ਼ਨ ਨਾਲ ਸੰਬੰਧਿਤ ਹੈ ਜੇ ਗੱਲਬਾਤ ਹੋਣੀ ਹੈ ਕਿ ਇਹ ਕੀ ਹੋ ਰਿਹਾ ਕੀ ਨਹੀਂ। ਉਦੋਂ ਬਾਅਦ ਇਹੋ ਜਿਹਾ ਤਾਂ ਪ੍ਰੋਗਰਾਮ ਦੇਣ ਤੋਂ ਰਹੇ ਕਿ ਇੱਥੋਂ ਹੁਣੇ ਚੱਲੋ, ਪ੍ਰੋਟੈਸਟ ਕਰੋ, ਫਲਾਨਾ ਦਫ਼ਤਰ ਘੇਰ ਲਓ, ਫਲਾਨੇ ਨੂੰ ਆਹ ਕਰ ਲਓ, ਇਹੋ ਜਿਹਾ ਕੁਝ ਤਾਂ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਤਾਂ ਫਿਰ ਕਿਉਂ ਮਤਲਬ ਉਸ ਪਾਸੇ ਵੱਲ ਜਾਂਦੇ? ਉਹ ਬਿਲਕੁਲ ਕਲੀਅਰ ਹੈ ਮੈਨੂੰ ਲੱਗਦਾ। ਜਿਹੜਾ ਇੱਕ ਇਦੋਂ ਪਹਿਲਾਂ ਆਪਾਂ ਲਗਾਤਾਰ ਗੱਲ ਕਰਦੇ ਆ ਕਿ ਕੱਲੀ ਪੰਜਾਬ ਸਰਕਾਰ ਨਹੀਂ, ਜਿਹੜੀ ਗਵਰਨਮੈਂਟ ਆਫ ਇੰਡੀਆ ਲੈਵਲ ਤੇ ਹੋਮ ਮਿਨਿਸਟਰੀ ਆ, ਉਹ ਡਾਇਰੈਕਟ ਪੰਜਾਬ 'ਚ ਦਖਲ ਦਿੰਦੀ ਆ। ਔਰ ਇਦੋਂ ਪਹਿਲਾਂ ਵੀ ਇਹ ਗੱਲਾਂ ਆਮ ਆਦਮੀ ਪਾਰਟੀ ਨੇ ਕੁਝ ਗਲਤੀਆਂ ਕੀਤੀਆਂ, ਸ਼ਾਇਦ ਉਹਨਾਂ ਨੂੰ ਲੱਗਦਾ ਵੋਟ ਮਿਲ ਗਈ, ਇਹਦੇ ਨਾਲ ਵੋਟ ਨਹੀਂ। ਜਦੋਂ ਤਿਰੰਗਾ ਯਾਤਰਾ ਪਟਿਆਲੇ 'ਚ ਕੱਢੀ, ਪਠਾਨਕੋਟ 'ਚ ਕੱਢੀ, ਜਲੰਧਰ 'ਚ ਕੱਢੀ, ਐਂ ਲੱਗਦਾ ਸੀ ਵੀ ਜੇ ਪੰਜਾਬ 'ਚ ਦਫੇੜ ਪਿਆ ਹੋਇਆ, ਤਿਰੰਗਾ ਯਾਤਰਾ ਕੱਢ ਕੇ ਤੁਸੀਂ ਕੋਈ ਦੇਸ਼ ਇਕੱਠਾ ਕਰਨ ਦੀ ਗੱਲ ਕਰ ਰਹੇ ਹੋ, ਬਲਕਿ ਉਹ ਇੱਕ ਲੈਵਲ ਦਾ ਇੱਕ ਭਾਈਚਾਰੇ ਨੂੰ ਚੜਿਆਉਣ ਵਾਲਾ ਕੰਮ ਸੀ। ਉਹ ਤਾਂ ਲੋਕਾਂ ਨੇ ਸਾਈਡਲਾਈਨ ਕਰਤਾ ਵੀ ਚਲੋ ਛੱਡੋ, ਪਹਿਲਾਂ ਦੂਜਿਆਂ ਦੇ ਖਿਲਾਫ ਆਪਾਂ ਇੱਕ ਵਾਰ ਇਹਨਾਂ ਨੂੰ ਦੇਖ ਲਓ, ਉਹ ਇੱਕ ਅਲੱਗ ਗੱਲ ਹੈ। ਪਰ ਜਿਹੜੇ ਈਥੋਜ ਹੁੰਦੇ ਨੇ, ਸਿੰਬਲ ਹੁੰਦੇ ਨੇ, ਚੀਜ਼ਾਂ ਦੇ ਤੌਰ ਤਰੀਕੇ ਹੁੰਦੇ ਨੇ, ਇਹਦਾ ਮਤਲਬ ਤੁਹਾਨੂੰ ਪੰਜਾਬ ਦੀ ਹਿਸਟਰੀ, ਪੰਜਾਬ ਦੇ ਕਲਚਰ, ਪੰਜਾਬ ਦੇ ਹੋਰ ਪੁਰਾਣੀਆਂ ਰਵਾਇਤਾਂ ਬਾਰੇ ਬਹੁਤ ਜ਼ਿਆਦਾ ਸਿੱਖਣਾ ਪਊਗਾ। ਹਜੇ ਕੋਈ ਤੁਹਾਡੇ ਕੋਲ ਇਸ ਲੈਵਲ ਦੇ ਐਡਵਾਈਜ਼ਰ ਨਹੀਂ ਹੈ, ਇੰਨਾ ਤੰਗ ਮਤ ਕਰੋ। ਮਤਲਬ ਜਿਵੇਂ ਕਹਿੰਦੇ ਨੇ ਸ਼ੇਰ ਦੀ ਪੂਛ ਤੇ ਬਾਰ-ਬਾਰ ਪੈਰ ਕਿਉਂ ਰੱਖੀ ਜਾ ਰਹੇ ਹੋ, ਤੇ ਉਹਨੂੰ ਸੁੱਤਾ ਰਹਿਣ ਦਿਓ। ਜੇ ਸੁੱਤਾ ਜੇ ਠੀਕ ਤਾਂ ਪਾਸੇ ਮਾੜਾ ਮੋਟਾ ਜਿਹੜਾ ਆਪਣੇ ਤਰੀਕੇ ਨਾਲ ਕੰਮ ਕਰਦਾ ਚੱਲਣ ਦਿਓ। ਜਾਣ ਬੁੱਝ ਕੇ ਛੇੜਾਛਾੜੀ ਕਰਕੇ ਤੁਸੀਂ ਰਿਐਕਟ ਕਰਵਾਉਂਦੇ ਹੋ ਨਾ, ਬੰਦੇ ਨੂੰ ਪ੍ਰਵੋਕ ਕਰਦੇ ਹੋ, ਕਿਸੇ ਕਮਿਊਨਿਟੀ ਨੂੰ, ਕਿਸੇ ਇੰਡੀਵਿਜੂਅਲ ਨੂੰ। ਜੇ ਤੁਸੀਂ ਪ੍ਰਵੋਕ ਕਰੀ ਜਾਓਗੇ, ਕੀ ਅਸੀਂ ਇਹ ਮੈਸੇਜ ਦੇਣਾ ਕਿ ਫਿਊਚਰ ਦੇ ਵਿੱਚ ਪੰਜਾਬ ਦੇ ਵਿੱਚ ਪੁਲਿਸ ਰਾਜ ਹੋਏਗਾ? ਜੇ ਤਾਂ ਇਹ ਮੈਸੇਜ ਦੇਣਾ ਤਾਂ ਠੀਕ ਹੈ, ਉਹ ਕੀਤੇ ਜਾਣੇ ਚਾਹੀਦੇ ਨੇ। ਪੁਲਿਸ ਨੂੰ ਇੰਨਾ ਹੀ ਕਹਿ ਦਿਓ ਤੁਸੀਂ ਵੀ ਕ੍ਰਾਈਮ ਜਿਹੜਾ ਹੋ ਰਿਹਾ, ਜੇ ਨਾ ਇਹ ਠੀਕ ਕੀਤਾ ਤਾਂ ਤੁਹਾਡੀ ਜਵਾਬਦੇਹੀ ਫਿਕਸ ਹੋਏਗੀ। ਕ੍ਰਾਈਮ ਤਾਂ ਕਿਤੇ ਤੋਂ ਰੁਕਦਾ ਨਾ, ਬੰਦੇ ਫੜੇ ਜਾ ਰਹੇ ਨੇ, ਨਾ ਬੰਦੇ ਲੱਭਦੇ ਨੇ। ਜਿਹਨੂੰ ਲੱਭਣਾ ਚਾਹੁੰਦੇ ਹੋ ਬੰਦਾ ਨਹੀਂ ਲੱਭਦਾ। ਜਿਹੜਾ ਕਿਤੇ ਕ੍ਰਾਈਮ ਹੋਣਾ ਹੁੰਦਾ ਉੱਥੇ 4 ਦਿਨ ਪਹਿਲਾਂ ਤੱਕ ਤੁਹਾਨੂੰ ਪਤਾ ਨਹੀਂ ਲੱਗਦਾ। ਇਹ ਜਿਹੜਾ ਪ੍ਰੋਫੈਸ਼ਨਲਿਜ਼ਮ ਉੱਥੇ ਦਿਖਾਈ ਦੇਣਾ ਚਾਹੀਦਾ ਜਿੱਥੇ ਅਸਲ ਦੇ ਵਿੱਚ
ਲੋਕਾਂ ਦਾ ਵੀ ਭਰੋਸਾ ਬਣੇ ਕਿ ਹਾਂ ਆਪਾਂ ਆਲੇ ਦੁਆਲੇ ਬੈਠੇ ਆ, ਸੇਫ ਆ, ਕੋਈ ਇਹੋ ਜੀ ਗੱਲ ਨਹੀਂ ਹੈ। ਇਹਦੇ ਅਜੇ ਮੈਨੂੰ ਕਰਕੇ ਲੱਗਦਾ ਅਸਲ ਦੇ ਵਿੱਚ ਬੈਠਣ ਅਜੇ ਮੈਨੂੰ ਲੱਗਦਾ ਕਿ ਕੇਜਰੀਵਾਲ ਸਾਹਿਬ ਤੇ ਆਮ ਆਦਮੀ ਪਾਰਟੀ ਦੇ ਸੈਟਅਪ ਦੇ ਵਿੱਚ ਇਹ ਗੱਲ ਹੀ ਨਹੀਂ ਸਮਝ ਆਈ ਕਿ ਵੋਟਾਂ ਉਹਨਾਂ ਦੇ ਪੈਂਤੜਿਆਂ ਨੂੰ ਨਹੀਂ ਪਈਆਂ, ਉਹਨਾਂ ਦੇ ਮਾਰਚਾਂ ਨੂੰ ਨਹੀਂ ਪਈਆਂ, ਉਹਨਾਂ ਦੀਆਂ ਗਰੰਟੀਆਂ ਨੂੰ ਨਹੀਂ ਪਈਆਂ। ਵੋਟਾਂ ਤਾਂ ਉਹਨਾਂ ਦੇ ਖਿਲਾਫ ਪਈਆਂ ਨੇ ਜਿਨ੍ਹਾਂ ਨੂੰ ਲੋਕਾਂ ਨੇ ਆਹ ਕੰਮ ਕਰਦਿਆਂ 15 ਸਾਲਾਂ 20 ਸਾਲਾਂ ਦਾ ਸਬਕ ਸਿਖਾਉਣਾ ਜਿਹੜਾ ਤੁਸੀਂ ਕਰ ਰਹੇ ਹੋ। ਖੈਰ ਅਜੇ ਪਤਾ ਨਹੀਂ 4 ਸਾਲ ਪਏ ਆ, ਸਮਝ ਜਾਂਦੇ ਹੁੰਦੇ ਬੰਦੇ ਆਪਾਂ ਕੀ ਲੈਣਾ। ਸਿਆਣੇ ਸਿਰਾਂ ਵਾਲੇ ਨੇ, ਸਰਕਾਰਾਂ ਐਵੇਂ ਥੋੜਾ ਬਣਦੀਆਂ ਚੱਲਦੀਆਂ, ਕਰ ਰਹੇ ਨੇ ਨਾ ਕੁਝ ਤੇ ਕਰ ਰਹੇ। ਸਰਦਾਰ ਹਰਮੀਤ ਸਿੰਘ ਜੀ, ਹੁਣ ਆਪਾਂ ਕਾਹਲੀ ਦੇ ਵਿੱਚ ਮੈਂ ਸਰਦਾਰ ਜਗਤਾਰ ਸਿੰਘ ਹੋਰਾਂ ਕੋਲੋਂ ਔਰ ਤੁਹਾਡੇ ਕੋਲੋਂ ਸੇਮ ਸਵਾਲ ਲੈਣਾ ਕਿ ਮੋਦੀ ਸਾਹਿਬ 44ਵੇਂ ਫਾਊਂਡੇਸ਼ਨ ਤੇ ਭਾਰਤੀ ਜਨਤਾ ਪਾਰਟੀ ਦੇ ਸਥਾਪਨਾ ਦਿਵਸ ਦੇ ਉੱਤੇ 24 ਦਾ ਏਜੰਡਾ ਸੈੱਟ ਕਰ ਰਹੇ। ਮੈਨੂੰ ਲੱਗਦਾ ਇੱਕ ਪਾਸੇ ਵਿਰੋਧੀ ਧਿਰਾਂ ਸਾਰੀਆਂ ਇਕੱਠੀਆਂ ਹੋਣ ਨੂੰ ਫਿਰਦੀਆਂ ਵੀ ਸਾਨੂੰ ਡਾਂਗ ਫੇਰ ਦਿਓ ਜੀ ਸੱਤਾ ਦੇ ਨਜ਼ਰੀਏ ਤੋਂ, ਲੇਕਿਨ ਇਧਰਲੇ ਬੰਨੇ ਸੰਗਠਿਤ ਰੂਪ ਦੇ ਵਿੱਚ ਆਰਐਸਐਸ ਵੀ ਔਰ ਮੋਦੀ ਸਾਹਿਬ ਵੀ ਇੱਕ ਪੂਰੇ ਦਾ ਪੂਰਾ ਢਾਂਚਾ ਇਸ ਗੱਲ ਤੇ ਵਿਜੇਤਾ ਕਿ ਇੰਨੀ ਮਿਹਨਤ ਕਰੋ ਕਿ ਅਗਲੀ ਸਰਕਾਰ ਅਸੀਂ ਫਿਰ ਬਣਾ ਕੇ ਲਿਆਉਣੀ ਆ। ਮੈਨੂੰ ਇਹਦੇ ਉੱਤੇ ਜ਼ਰਾ ਚਾਨਣਾ ਪਾਓ ਜੋ ਤੁਸੀਂ ਸਮਝਿਆ ਦੇਖਿਆ, ਫਿਰ ਇਹ ਸਰਦਾਰ ਜਗਤਾਰ ਸਿੰਘ ਹੋਣਾ ਤੋਂ ਇੱਥੇ ਟਿੱਪਣੀ ਲੈਣੀ। ਅਸਲ ਦੇ ਵਿੱਚ ਇਹ ਬੀਜੇਪੀ ਦਾ 44ਵਾਂ ਫਾਊਂਡੇਸ਼ਨ ਦਿਵਸ ਸੀ ਜਿੱਥੇ ਅੱਜ ਬੋਲਿਆ ਗਿਆ, ਔਰ ਇਹ ਪਹਿਲਾਂ ਹੀ ਚਰਚਾ ਸੀ ਕਿ ਮੋਦੀ ਸਾਹਿਬ ਅੱਜ ਏਜੰਡਾ ਸੈੱਟ ਕਰਨਗੇ 2024 ਦਾ ਸਲੋਗਨ, ਕਿ 2024 ਹੁਣ ਤੋਂ ਹੀ ਸਟਾਰਟ ਹੋ ਜਾਣੀ ਆ ਉਹਨਾਂ ਲਈ। ਮਤਲਬ ਇਹ ਨਾਰਮਲੀ ਸਾਲ ਸਵਾ ਸਾਲ ਪਹਿਲਾਂ ਐਕਚੁਅਲੀ ਸਾਡਾ ਪ੍ਰਧਾਨ ਮੰਤਰੀ ਕੰਪੇਨਰ ਹੀ ਨੇ, ਉਹ ਪ੍ਰਧਾਨ ਮੰਤਰੀ ਬਣੇ ਹੀ ਨਹੀਂ ਕਦੇ ਉਸ ਰੂਪ ਦੇ ਵਿੱਚ ਜਿਵੇਂ ਪ੍ਰਧਾਨ ਮੰਤਰੀ ਕਰਦੇ ਨੇ ਨਾ ਕੰਮ। ਕੋਈ ਨਾ ਕੋਈ ਚੋਣ ਆ ਜਾਂਦੀ ਹੈ ਕਿਸੇ ਸੂਬੇ 'ਚ ਤੇ ਉਹ ਚੀਜ਼ਾਂ ਉਸ ਲੈਵਲ ਦੀਆਂ ਪਲਾਨ ਕਰ ਲੈਂਦੇ ਨੇ। ਤੇ ਉਹਨਾਂ ਨੇ ਸੱਦਾ ਦਿੱਤਾ ਅੱਜ ਕਿ ਵਿਰੋਧੀ ਜਿਹੜੇ ਲੀਡਰ ਨੇ, ਮੇਰਾ ਖਿਆਲ ਹੈ ਸਭ ਤੋਂ ਵਿਰੋਧੀ ਕਾਂਗਰਸ ਨੂੰ ਹੀ ਮੰਨਦੇ ਨੇ ਫਿਲਹਾਲ, ਉਹ ਜਿਹੜਾ ਰਾਹੁਲ ਗਾਂਧੀ ਤੇ ਹੀ ਹੁੰਦਾ, ਜਾਂ ਕਿ ਉਹ ਬਾਦਸ਼ਾਹੀ ਮਾਨਸਿਕਤਾ ਦਾ ਸ਼ਿਕਾਰ ਨੇ। ਅਜੇ ਪੁਰਾਣੇ ਰਾਜੇ ਹੁੰਦੇ ਸੀ, ਉਹਨਾਂ ਦੇ ਸਲੋਗਨ ਨੇ ਦਿੱਤਾ ਕਿ ਉਹ ਬਾਦਸ਼ਾਹੀ ਉਹਦੇ ਚੋਂ ਆਏ ਨੇ, ਅਸੀਂ ਗਰੀਬਾਂ ਚੋਂ ਆਮ ਲੋਕਾਂ ਤੱਕ ਲਿਜਾਣ ਵਾਲੇ, ਲੋਕਾਂ ਦੀ ਗੱਲ ਸੁਣਨ ਵਾਲੇ ਬੰਦੇ ਆ। ਉਹ ਸਾਰਾ ਇੱਕ ਮੈਨੂੰ ਲੱਗਦਾ ਨਵਾਂ ਕੁਝ ਨਹੀਂ ਮਿਲਿਆ ਉਹਨਾਂ ਨੂੰ, ਵੀ ਕਰ ਉਹੀ ਗੱਲ ਰਹੇ ਨੇ ਫਿਰ ਦੁਬਾਰਾ, ਉਹਨੂੰ ਕਿਸੇ ਹੋਰ ਸ਼ਬਦ ਦੇ ਰੂਪ ਦੇ ਵਿੱਚ ਕਰ ਰਹੇ ਨੇ, ਕਿਸੇ ਨਾ ਕਿਸੇ ਰੂਪ ਦੇ ਵਿੱਚ। ਪਰ ਇੱਕ ਗੱਲ ਜ਼ਰੂਰ ਦੇਖਣ ਵਾਲੀ ਹੈ, ਪਹਿਲੀ ਗੱਲ ਇਹ ਕਿ ਇੱਕੋ ਇੱਕ ਪਾਰਟੀ ਮੈਨੂੰ ਲੱਗ ਰਹੀ ਹੈ ਇਸ ਸਮੇਂ ਮੇਨ ਸਟ੍ਰੀਮ ਪਾਰਟੀਆਂ 'ਚ ਜਿਹੜੀ ਇਮਾਨਦਾਰੀ ਨਾਲ ਆਪਣੀ ਵਿਚਾਰਧਾਰਾ ਤੇ ਖੜ ਕੇ ਉਹਨੂੰ ਧੱਕੇ ਨਾਲ ਪੂਰੇ ਜ਼ੋਰ ਨਾਲ ਪੁਸ਼ ਕਰ ਰਹੀ ਹੈ। ਔਰ ਉਹ ਮੰਦਰ ਦਾ ਸਵਾਲ ਹੋਵੇ, ਉਹ ਕਿਸੇ ਵੀ ਟਾਈਪ ਦਾ ਮਤਲਬ ਸਿਵਲ ਕੋਡ ਦਾ ਮਾਮਲਾ ਹੋਵੇ, 370 ਖਤਮ ਕਰਨੀ ਹੋਵੇ, ਔਰ ਇੱਕ ਪਾਰਟੀਕੂਲਰ ਕਮਿਊਨਿਟੀ ਨੂੰ ਬਿਲਕੁਲ ਹੀ ਉਹਦਾ ਇੱਕ ਵੀ ਟਿਕਟ ਨਾ ਦੇ ਕੇ ਪਾਰਲੀਮੈਂਟ ਤੋਂ ਵਿੱਚੋਂ ਬਾਹਰ ਕਰ ਦੇਣਾ ਹੋਵੇ, ਪਰ ਸਾਡੀ ਗੱਲ ਚੱਲੂਗੀ। ਸ਼ਹਿਰਾਂ ਦੇ, ਗਲੀਆਂ ਦੇ, ਸੜਕਾਂ ਦੇ, ਇਤਿਹਾਸਕ ਇਮਾਰਤਾਂ ਦੇ ਨਾਮ ਬਦਲ ਦੇਣੇ ਨੇ, NCERT ਦੀਆਂ ਕਿਤਾਬਾਂ ਦੇ ਵਿੱਚੋਂ ਆ ਜਿਹੜਾ ਸਾਡੇ ਨਾਲ ਮਿਲਦਾ ਸਾਰਾ ਕੁਝ ਕੱਢ ਦੇਣਾ, ਕੋਈ ਗੱਲ ਨਹੀਂ। ਆਪਾਂ ਟੋਟਲ ਦਾ ਟੋਟਲ ਕੰਮ ਉਹ ਕਰਨਾ ਜਿਹੜਾ ਸਾਡਾ ਹਿੰਦੂਤਵ ਪੋਲਿਟਿਕਸ ਦੇ ਨੇੜੇ ਆਉਂਦਾ। ਬਾਕੀ ਪਾਰਟੀਆਂ ਤੇ ਇਲਜ਼ਾਮ ਹਮੇਸ਼ਾ ਇਹ ਲੱਗਦਾ ਹੈ ਕਿ ਉਹ ਜਦੋਂ ਆਪੋਜੀਸ਼ਨ 'ਚ ਨੇ ਹੋਰ ਗੱਲਾਂ ਕਰਦੀਆਂ ਨੇ, ਸੱਤਾ 'ਚ ਜਾ ਕੇ ਭੁੱਲ ਜਾਂਦੀਆਂ ਨੇ। ਜਿਵੇਂ ਆਪਾਂ ਅਕਾਲੀ ਦਲ ਦੀ ਗੱਲ ਕਰਦੇ ਹਾਂ ਬੜੀ ਵਾਰ, ਜਿਵੇਂ ਆਪਾਂ ਕਾਂਗਰਸ ਦੀ ਬਹੁਤ ਪਾਰਟੀਆਂ ਦੀ ਗੱਲ ਕਰਦੇ ਹਾਂ, ਕਿ ਉੱਥੇ ਜਾ ਕੇ ਨਹੀਂ ਤੁਸੀਂ ਕਰਦੇ। ਉਹ ਓਨੈਸਟਲੀ ਆਪਣੀ ਗੱਲ ਤੇ ਖੜੇ ਨੇ ਬਾਵਜੂਦ ਬਾਕੀ ਗੱਲਾਂ ਦੇ, ਕਿ ਮੈਂ ਜਿਹੜਾ ਹਿੰਦੂਤਵ ਦਾ ਲੈ ਕੇ ਜਾਣਾ ਹੈ, ਆਲ ਸਾਈਡਡ, ਐਜੂਕੇਸ਼ਨ ਦੀ ਸਾਈਡ ਹੋਵੇ, ਪੋਲਿਟਿਕਸ ਦੀ ਸਾਈਡ ਹੋਵੇ, ਸਮਾਜਿਕ ਕਲਚਰ। ਹੁਣ ਇਹਦੇ ਤੇ ਦੇਸ਼ ਨੇ ਸੋਚਣਾ, ਲੋਕਾਂ ਨੇ ਸੋਚਣਾ, ਬਾਕੀ ਪਾਰਟੀਆਂ ਨੇ ਸੋਚਣਾ। ਇਹਦਾ ਹੁੰਗਾਰਾ ਕੀ ਹੋਏਗਾ, ਇਹਦਾ ਰਿਸਪੌਂਸ ਕੀ ਹੋਏਗਾ, ਇਹਦਾ ਜਵਾਬ ਕੀ ਹੋਏਗਾ, ਜਾਂ ਕੱਲਾ ਡਿਫੈਂਸਿਵ ਹੋ ਕੇ ਹੋਏਗਾ ਜਾਂ ਕਿਸੇ ਅਲਟਰਨੇਟਿਵ ਏਜੰਡੇ ਨਾਲ ਹੋਏਗਾ। ਉਹ ਏਜੰਡਾ ਉਹਨੂੰ ਕਾਟ ਕਰਦਾ ਕੀ ਹੋਣਾ ਚਾਹੀਦਾ, ਉਹ ਸਲੋਗਨ ਉਹਨੂੰ ਕਾਟ ਕਰਦਾ ਕੀ ਹੋਣਾ ਚਾਹੀਦਾ, ਉਹ ਤਰੀਕਾ ਚੋਣ ਲੜਨ ਦਾ ਉਹਨੂੰ ਕਾਟ ਕਰਦਾ ਕੀ ਹੋਣਾ ਚਾਹੀਦਾ, ਉਹ ਜਿਹੜੀ ਇੱਕ ਸੁਰਤਾ ਦਿਖਾਈ ਦੇਊਗੀ ਜਾਂ ਫਾਨੇ ਵਾਂਗ ਆਪਸ ਚ ਖੜੇ ਨੇ ਉਸੇ ਤਰੀਕੇ ਦੇ ਉਹ ਕੀ ਹੋਣਾ ਚਾਹੀਦਾ। ਇਹ ਚੈਲੰਜ ਖੜਾ ਕਰਤਾ। ਜਿੰਨਾ ਕੇਡਰ ਉਹਦੇ ਕੋਲ ਹੈ, ਜਿਹੜੀ ਸੱਤਾ ਉਹਦੇ ਕੋਲ ਹੈ, ਜਿੰਨਾ ਪੈਸਾ ਉਹਦੇ ਕੋਲ ਹੈ, ਜਿੰਨਾ ਕਲੀਅਰ ਕੱਟ ਮੈਸੇਜ ਉਹਦੇ ਕੋਲ ਆਪਣੇ ਵਰਕਰਾਂ ਲਈ। ਔਰ ਅੱਜ ਦੀ ਜਿਹੜੀ ਇਹ ਗੱਲ ਹੈ ਕਿ ਮਿਸ਼ਨ 24 ਸ਼ੁਰੂ ਹੋ ਚੁੱਕੇ ਆ, ਬਾਕੀ ਦੇ ਹਜੇ ਕੀ ਕਰਦੇ ਨੇ ਇਹ ਉਹਨਾਂ ਲਈ ਚੈਲੰਜ ਹੈ, ਤੇ ਦੇਸ਼ ਦੇ ਲੋਕਾਂ ਲਈ ਸਮਝਾਉਣ ਦੇ ਲਈ ਵੀ, ਇੱਕ ਸੰਵਾਦ ਰਚਾਉਣ ਦੇ ਲਈ ਵੀ ਇੱਕ ਸਾਹਮਣੇ ਸਾਡੇ ਇੱਕ ਏਜੰਡਾ ਆ ਗਿਆ, ਤੇ ਉਸ ਏਜੰਡੇ ਨੂੰ ਪਰਖਣ ਦਾ, ਦੇਖਣ ਦਾ, ਸੋਚਣ ਦਾ ਸਾਰਿਆਂ ਦੇ ਸਾਹਮਣੇ ਇੱਕ ਗੱਲ ਦਿਖਾਈ ਦੇ ਰਹੀ ਹੈ। ਸਰਦਾਰ ਜਗਤਾਰ ਸਿੰਘ ਜੀ, ਇਹ ਬੜੀ ਵਧੀਆ ਗੱਲ ਹੈ ਕਿ ਸੰਘ ਪਰਿਵਾਰ ਤੇ ਨਰਿੰਦਰ ਮੋਦੀ ਜੀ ਆਪਣੇ ਏਜੰਡੇ ਨੂੰ ਬਿਲਕੁਲ ਨਹੀਂ ਛੁਪਾਉਂਦੇ। ਨਹੀਂ ਤਾਂ ਸਾਡੇ ਅਕਾਲੀ ਵੀਰ ਤਾਂ ਉਹਨੂੰ ਲੱਗਦਾ ਹੁੰਦਾ ਵੀ ਅਸੀਂ ਜੇ ਪੰਥ ਦੀ ਗੱਲ ਕਰਾਂਗੇ ਪਤਾ ਨਹੀਂ ਕੀ ਹੋ ਜਾਊਗਾ। ਉਹ ਨੰਗੇ ਚਿੱਟੇ ਰੂਪ ਨਾਲ ਬੀਜੇਪੀ ਵਾਲੇ ਆਪਣਾ ਹਿੰਦੂਤਵਾ ਦਾ ਏਜੰਡਾ ਹਿੰਦੁਸਤਾਨ ਦੇ ਹਰ ਸਫੀਅਰ ਦੇ ਵਿੱਚ ਇੰਪਲੀਮੈਂਟ ਕਰ ਰਹੇ ਹੈ, ਹਰ ਇੰਸਟੀਟਿਊਸ਼ਨ ਦੇ ਵਿੱਚ ਕਰ ਰਹੇ ਹੈ। ਇਤਿਹਾਸ ਸਾਰਾ ਬਦਲਣ ਲੱਗੇ ਹੋਏ ਹੈ।
ਹੁਣ ਮੋਦੀ ਜੀ ਦੀ ਸਪੀਚ ਦੇ ਵਿੱਚ ਅੱਜ ਬੜਾ ਕਮਾਲ ਦਾ ਸ਼ਿਫਟ ਹੋ ਰਿਹਾ ਹੈ ਨਵਾਂ। ਹੂੰ ਹੁਣ ਤੱਕ ਉਹਨਾਂ ਨੇ ਰਾਮ ਦੇ ਨਾਂ ਨੂੰ ਵੈਪਨਾਈਜ਼ ਕੀਤਾ ਹੋਇਆ ਸੀ, ਰਾਮ ਨੂੰ ਦਾ ਨਾਂ ਲੈ ਕੇ ਵੋਟਾਂ ਮੰਗਦੇ ਸੀਗੇ। ਅੱਜ ਇੱਕ ਨਵਾਂ ਉਹਨਾਂ ਨੇ ਹੋਰ ਵੈਪਨ ਇੰਟਰੋਡਿਊਸ ਕਰਤਾ, ਉਹਨਾਂ ਨੇ ਹਨੂਮਾਨ ਨੂੰ ਵੀ ਵੈਪਨਾਈਜ਼ ਕਰਤਾ। ਹਨੂਮਾਨ ਦੇ ਨਾਂ ਤੋਂ ਸ਼ੁਰੂ ਕੀਤਾ ਜੋ ਉਹਨਾਂ ਨੇ, ਮੈਂ ਇਹਨੂੰ ਵੈਪਨਾਈਜ਼ ਕਰਨਾ ਮੰਨਦਾ ਹੁੰਦਾ ਕਿ ਹੁਣ ਹਨੂਮਾਨ ਨੂੰ ਇੱਕ ਸਿੰਬਲ ਬਣਾ ਕੇ ਆਪਣੇ ਕੰਪੇਨ ਦਾ ਪੇਸ਼ ਕੀਤਾ ਜਾ ਰਿਹਾ। ਅੱਜ ਉਹਨਾਂ ਨੇ ਪੇਸ਼ ਕਰਤਾ ਕਿ ਐਂਟੀ ਕਰਪਸ਼ਨ ਇਹ ਉਹ ਸਾਰਾ। ਹੁਣ ਜਿਹੜਾ ਉਹਨਾਂ ਨੇ ਨਾਲ ਇੱਕ ਹੋਰ ਗੱਲ ਕਹੀ ਕਿ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ। ਜਦੋਂ ਤੁਸੀਂ ਹਿੰਦੁਸਤਾਨ ਦੇ 15% ਪਾਪੂਲੇਸ਼ਨ ਦੇ ਵਿੱਚੋਂ ਇੱਕ ਤਬਕੇ ਦੇ ਵਿੱਚੋਂ ਕਿਸੇ ਨੂੰ ਟਿਕਟ ਹੀ ਨਾ ਦਿਓ ਤੇ ਨਾਲ ਲੈ ਕੇ ਚੱਲਣ ਦੀ ਡੈਫੀਨੇਸ਼ਨ ਕੀ ਇਹ ਨਵੀਂ ਦੇ ਰਹੇ ਹੋ ਮੋਦੀ ਜੀ? ਕੋਈ ਤੁਸੀਂ 15% ਤਾਂ ਪਹਿਲਾਂ ਹੀ ਪਾਸੇ ਕਰਤਾ। ਸਿਲੰਡਰ ਮੁਫਤ ਦੇਣ ਨੂੰ, ਕਿਸੇ ਨੇ ਘੱਟ ਟਾਇਲਟ ਬਣਾਉਣ ਨੂੰ ਪਾਰਟਿਸਿਪੇਟਰੀ ਡੈਮੋਕ੍ਰੇਸੀ ਨਹੀਂ ਕਿਹਾ ਜਾਂਦਾ। ਪਾਰਟਿਸਿਪੇਟਰੀ ਡੈਮੋਕ੍ਰੇਸੀ ਹੁੰਦੀ ਹੈ ਜਿਹੜੀ ਪਾਰਟਿਸਿਪੇਸ਼ਨ ਹੈ ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚ। 15% ਪਾਪੂਲੇਸ਼ਨ ਇਸ ਪਾਰਟੀ ਨੇ ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚੋਂ ਉਹਨਾਂ ਨੂੰ ਬਾਹਰ ਕਰਤਾ ਟਿਕਟ ਨਾ ਦੇ ਕੇ। ਵੋਟ ਪਾਉਣੀ ਗੱਲ ਵੱਖਰੀ ਹੈ, ਲੇਕਿਨ ਜਿਹੜੀ ਉਹਨਾਂ ਦੀ ਪਾਰਟਿਸਿਪੇਸ਼ਨ ਹੈ ਡਿਸੀਜਨ ਮੇਕਿੰਗ ਦੇ ਵਿੱਚ ਉਹ ਜ਼ੀਰੋ ਹੈ। ਲੇਕਿਨ ਉਹਨਾਂ ਨੇ ਆਪਣੀ ਕੰਪੇਨ ਜ਼ੋਰ ਸ਼ੋਰ ਨਾਲ ਅੱਜ ਤੋਂ ਸ਼ੁਰੂ ਕਰ ਦਿੱਤੀ ਹੈ। ਜੀ ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ। ਸ਼ੁਕਰੀਆ ਜੀ।